ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਇੱਕ ਖਾਸ ਮੁਲਾਕਾਤ ਵਿੱਚ ਜੀ ਆਖਦੇ ਹਾਂ। ਅੱਜ ਦੀ ਖਾਸ ਮੁਲਾਕਾਤ ਆਪ ਜੀ ਨੇ ਪਿਛਲੇ ਹਫਤੇ ਪਹਿਲੇ ਐਪੀਸੋਡ ਵਿੱਚ ਉਹਨਾਂ ਦੀ ਇਨ ਡੈਪਥ ਵਿੱਚ ਜੀਵਨ ਦੀ ਥੋੜੀ ਜਿਹੀ ਸਾਂਝ ਆਪ ਜੀ ਨੇ ਸਰਵਣ ਕੀਤੀ ਸੀ। ਉਹ ਗੁਰਮੁਖ ਪਿਆਰੇ ਜਿਨ੍ਹਾਂ ਤੇ ਗੁਰੂ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਜਿਨ੍ਹਾਂ ਨੇ ਵਿਦਿਆ, ਵਿਚਾਰੀ ਤੇ ਪਰਉਪਕਾਰੀ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਆਪਣੇ ਜੀਵਨ ਦਾ ਸਮੂਹ ਸੰਸਾਰ ਵਿੱਚ ਇਹ ਸੇਵਾ ਨਿਭਾਈ ਹੈ ਅਤੇ ਸਮੁੱਚੇ ਸੰਸਾਰ ਵਿੱਚ ਗੁਰਮਤਿ ਸੰਗੀਤ ਦੇ ਉਸ ਪੁਰਾਤਨ ਗੁਰੂ ਮਹਾਰਾਜ ਦੇ ਸਮੇਂ ਦੇ ਜੋ ਸਾਜ਼ਾਂ ਦੀ ਗੱਲ ਹੈ ਉਹ ਆਪਾਂ ਇਨ ਡੈਪਥ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਪਾਸੋਂ ਸਰਵਣ ਕਰਾਂਗੇ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਸੰਗਤ ਟੀਵੀ ਦਾ ਔਰ ਆਪ ਸਭ ਦਾ, ਜਿਹੜੇ ਸੰਗਤਾਂ ਨਾਲ ਸਾਂਝ ਮੇਰੀ ਪਵਾ ਰਹੇ ਹੋ ਔਰ ਗੁਰੂ ਦੇ ਗੁਰੂ ਸ਼ਬਦ ਕੀਰਤਨ ਦੀ ਗੱਲਬਾਤ ਆਪਾਂ ਕਰ ਰਹੇ ਹਾਂ। ਆਪ ਜੀ ਦਾ ਬਹੁਤ ਧੰਨਵਾਦ। ਆਪ ਜੀ ਨੇ ਸਮਾਂ ਕੱਢ ਕੇ ਆਪ ਜੀ ਸੰਗਤਾਂ ਨਾਲ ਰੂਬਰੂ ਹੋ ਰਹੇ ਹੋ ਤੇ ਉਹ ਇੱਕ ਪੂਰਾ ਜੀਵਨ ਦਾ ਜੋ ਤੱਤ ਆਪਾਂ ਜੋ ਮਾਲਕ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਜੋ ਜੀਵਨ ਵਿੱਚ ਆਪ ਜੀ ਨੂੰ ਸੇਵਾ ਬਖਸ਼ੀ ਤੇ ਵਿਦਿਆ ਦੇ ਖੇਤਰ ਵਿੱਚ ਜੋ ਆਪ ਜੀ ਉਪਲਬਧੀਆਂ ਹਨ, ਜੋ ਦੇਣ ਹੈ, ਕਿਉਂਕਿ ਇਹ ਬਹੁਤ ਵਡਭਾਗੇ ਹਨ ਜਿਨ੍ਹਾਂ ਨੂੰ ਮਾਲਕ ਇਹ ਸੇਵਾ ਲਾਉਂਦੇ ਨੇ ਤੇ ਉਹ ਨਿਭਾ ਪਾਉਂਦੇ ਨੇ। ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਜਿੱਥੇ ਆਪ ਜੀ ਗੁਰਮੁਖ ਪਰਿਵਾਰ, ਜਿੱਥੇ ਇੰਨੀ ਬਖਸ਼ਿਸ਼ ਤੇ ਉਹ ਆਪ ਜੀ ਨੇ ਪ੍ਰਵਾਹ ਅੱਗੇ ਸਮੁੱਚੇ ਸੰਸਾਰ ਵਿੱਚ, ਜਿੱਥੇ ਇੰਡੀਆ ਤੋਂ ਸ਼ੁਰੂ ਕਰਕੇ ਆਪ ਜੀ ਵੰਡ ਰਹੇ ਹੋ। ਗੁਰੂ ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ, ਆਪ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹੋ। ਇਹੀ ਸਾਡੀ ਇੱਕ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਜੋਦਰੀ ਹੈ ਜੀ। ਡਾਕਟਰ ਸਾਹਿਬ, ਆਪਾਂ ਸੰਗੀਤ ਦੀ ਗੱਲ ਕਰਦੇ ਹਾਂ। ਆਪ ਜੀ ਨੇ ਆਪਣਾ ਜੀਵਨ ਗੁਰਮਤਿ ਸੰਗੀਤ ਦੀ ਟੀਚਿੰਗਸ ਤੇ ਮਹਾਰਾਜ ਦੀ ਪੁਰਾਤਨ ਕੀਰਤਨ ਸਾਜ਼ਾਂ ਦੇ ਜੋ ਪੁਰਾਤਨ ਸਮੇਂ ਦਾ ਸੀ ਉਸ ਤੇ ਆਪ ਜੀ ਨੇ ਬਹੁਤ ਵੱਡਾ ਇੱਕ, ਜਿੱਥੇ ਮਹਾਰਾਜ ਨੇ ਡਿਊਟੀ ਲਾਈ, ਆਪ ਜੀ ਨੇ ਵੱਖ ਇੰਸਟੀਟਿਊਟਸ ਨਾਲ ਰਲ ਕੇ ਇਸ ਵਿੱਚ ਆਪਣੀ ਸੇਵਾ ਨਿਭਾਈ। ਸੰਗੀਤ ਦੇ ਖੇਤਰ ਵਿੱਚ ਅਚੀਵਮੈਂਟਸ ਪਹਿਲਾਂ ਆਪ ਜੀ ਦੀਆਂ ਤੇ ਫਿਰ ਜੋ ਸੰਸਥਾਵਾਂ ਨੇ ਮਿਲ ਕੇ ਇਸ ਨੂੰ ਆਪਾਂ ਇਸ ਪਾਸੇ ਲੈ ਸਕੇ ਹਾਂ, ਉਹਦੀ ਵੀ ਥੋੜੀ ਸੰਗਤਾਂ ਨਾਲ ਸਾਂਝ ਪਾਓ ਜੀ। ਨਿਰਸੰਦੇਹ ਸੰਗੀਤ ਦਾ ਖੇਤਰ ਮੇਰਾ ਮੂਲ ਵਿਸ਼ਾ ਰਿਹਾ, ਕਿਉਂਕਿ ਪੰਜਾਬੀ ਯੂਨੀਵਰਸਿਟੀ ਵਿੱਚ ਸੰਗੀਤ ਦਾ ਜਿਹੜਾ ਅਧਿਆਪਕ ਲੈਕਚਰਰ ਤੋਂ ਮੇਰਾ ਜੀਵਨ ਸ਼ੁਰੂ ਹੋਇਆ ਔਰ ਉਸ ਤੋਂ ਬਾਅਦ ਇਸੇ ਖੇਤਰ ਦੇ ਵਿੱਚ ਹੀ ਵੱਖ ਸੰਸਥਾਵਾਂ ਵਿੱਚ ਕਾਰਜ ਕੀਤਾ। ਗੁਰੂ ਦੀ ਕਿਰਪਾ ਨਾਲ ਔਰ ਆਪਣੇ ਗੁਰੂਜਨਾਂ ਔਰ ਪਰਿਵਾਰਕ ਜਨਾਂ ਸਾਰਿਆਂ ਦੀ ਬਖਸ਼ਿਸ਼ ਦੇ ਨਾਲ ਜੋ ਉਹਨਾਂ ਨੇ ਸੰਗੀਤ ਦੀ ਵਿਦਿਆ ਦਿੱਤੀ, ਉਸ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਹੋਈਆਂ। ਆਪਣੇ ਮੂੰਹੋਂ ਇਹ ਸਾਰਾ ਕੁਝ ਕਹਿਣਾ ਬਹੁਤ ਕਠਿਨ ਹੁੰਦਾ ਹੈ ਕਿ ਕਿਸ ਤਰ੍ਹਾਂ ਸਾਰਾ ਚੱਲਿਆ, ਪਰ ਮੈਂ ਕੁਝ ਗੱਲਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨਾ ਚਾਹਾਂਗਾ। ਮੇਰੀ ਨਿੱਜੀ ਪ੍ਰਾਪਤੀ ਮੈਂ ਨਹੀਂ ਸਮਝਦਾ, ਮੈਂ ਤੇ ਸਮਝਾਂਗਾ ਕਿ ਇਸ ਖੇਤਰ ਵਿੱਚ ਕਾਰਜ ਕਰਨ ਦਾ ਸੁਭਾਗ ਮਿਲਿਆ ਔਰ ਉਸ ਦੇ ਫਲਸਰੂਪ ਸਫਲਤਾਵਾਂ ਜਿਹੜੀਆਂ ਨੇ ਉਹ ਮਿਲਦੀਆਂ ਗਈਆਂ। ਬਹੁਤ ਸਾਰੀਆਂ ਔਕੜਾਂ ਵੀ ਆਈਆਂ, ਮੁਸ਼ਕਲਾਂ ਵੀ ਆਈਆਂ। ਅਗਰ ਸੰਗੀਤ ਵਿਸ਼ੇ ਦੇ ਨਾਲ ਗੱਲ ਕਰੀਏ ਤੇ ਸੰਗੀਤ ਵਿਸ਼ੇ ਨੂੰ ਪੰਜਾਬ ਦੇ ਵਿੱਚ ਕੀ ਸੀ ਕਿ ਪੰਜਾਬ ਦੀ ਸੰਗੀਤ ਪਰੰਪਰਾ ਨੂੰ ਭਾਰਤੀ ਸੰਗੀਤ ਵਿੱਚ ਬਹੁਤ ਘੱਟ ਸਥਾਨ ਦਿੱਤਾ ਗਿਆ। ਤੁਸੀਂ ਵੇਖਦੇ ਹੋਵੋਗੇ ਕਿ ਮੈਂ ਥੋੜਾ ਜਿਹਾ ਇਸ ਦੇ ਪਿਛੋਕੜ ਵਿੱਚ ਇਸ ਤਰ੍ਹਾਂ ਜਾਵਾਂਗਾ ਕਿ ਦੋ ਪੱਧਤੀਆਂ ਨੇ, ਇੱਕ ਸਾਡੀ ਉੱਤਰ ਭਾਰਤੀ ਹਿੰਦੁਸਤਾਨੀ ਸੰਗੀਤ ਪੱਧਤੀ ਹੈ, ਇੱਕ ਦੱਖਣ ਦੀ ਸੰਗੀਤ ਪੱਧਤੀ ਹੈ। ਔਰ ਜਿਹੜਾ ਸਾਡੀ ਹਿੰਦੁਸਤਾਨੀ ਸੰਗੀਤ ਪੱਧਤੀ ਹੈ, ਇਹਦੇ ਵਿੱਚ ਪੰਜਾਬ ਦੀ ਸੰਗੀਤ ਪਰੰਪਰਾ ਦਾ ਬੜਾ ਵੱਡਾ ਯੋਗਦਾਨ ਹੈ, ਪੰਜਾਬੀਆਂ ਦਾ ਬੜਾ ਵੱਡਾ ਯੋਗਦਾਨ ਹੈ ਔਰ ਉਸ ਨੂੰ ਅਣਗੌਲਿਆ ਕੀਤਾ ਗਿਆ। ਔਰ ਸੰਗੀਤ ਵਿਸ਼ਾ ਵੀ ਪੰਜਾਬ ਵਿੱਚ ਬਹੁਤ ਦੇਰ ਨਾਲ ਸ਼ੁਰੂ ਹੋਇਆ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਜਿਹੜੇ ਸੰਗੀਤ ਅਧਿਆਪਕ ਸੀ, ਮੇਰੇ ਗੁਰੂਜਨ ਸੀ, ਗੁਰਮਤਿ ਸੰਗੀਤ ਆਚਾਰੀਆ ਪ੍ਰੋਫੈਸਰ ਤਾਰਾ ਸਿੰਘ ਜੀ, ਉਹਨਾਂ ਨੇ ਸੰਗੀਤ ਵਿਸ਼ੇ ਨੂੰ ਪੰਜਾਬ ਦੇ ਵਿੱਚ ਇੰਟਰੋਡਿਊਸ ਕਰਨ ਦੇ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਔਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਸੰਗੀਤ ਵਿਸ਼ੇ ਦੇ ਵਿੱਚ ਜਿੰਨੀਆਂ ਵੀ ਅੰਡਰ ਗ੍ਰੈਜੂਏਟ ਪੱਧਰ ਉੱਤੇ ਔਰ ਪੋਸਟ ਗ੍ਰੈਜੂਏਟ ਪੱਧਰ ਉੱਤੇ ਜਿਹੜੀਆਂ ਪੁਸਤਕਾਂ ਨੇ ਉਹ ਤਿਆਰ ਕਰਵਾਈਆਂ ਔਰ ਉਹ ਸਾਰੀਆਂ ਪੁਸਤਕਾਂ ਇੱਕ ਬੜੀ ਵੱਡੀ ਪ੍ਰਾਪਤੀ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਅਸੀਂ ਸੰਗੀਤ ਵਿਸ਼ੇ ਨੂੰ
ਆਪਣੇ ਵਿਦਿਆਰਥੀਆਂ ਨੂੰ ਮੁਹੱਈਆ ਕਰਾਉਣ ਦੇ ਵਿੱਚ ਕਾਮਯਾਬ ਹੋਏ, ਔਰ ਕਾਲਜਸ ਦੇ ਵਿੱਚ ਔਰ ਯੂਨੀਵਰਸਿਟੀਜ਼ ਦੇ ਵਿੱਚ ਇਸ ਦਾ ਪ੍ਰਵਾਹ ਚੱਲਿਆ। ਔਰ ਜਿਹੜੇ ਸਾਡੇ ਪੰਜਾਬੀ ਬੱਚੇ ਨੇ, ਸਿੱਖ ਬੱਚੇ ਨੇ, ਉਹ ਸੰਗੀਤ ਦੇ ਨੇੜੇ ਆਏ, ਕਿਉਂਕਿ ਪਹਿਲਾਂ ਤਾਂ ਇਸ ਸੰਗੀਤ ਕੇਵਲ ਸਿੱਖਣ ਸਿਖਾਉਣ ਤੱਕ ਹੀ ਸੀਮਤ ਨਾ ਰਹਿ ਕੇ ਜਦੋਂ ਥਿਓਰੈਟੀਕਲੀ ਪ੍ਰੈਕਟੀਕਲੀ ਇਸ ਨੂੰ ਇੱਕ ਵਿਸ਼ੇ ਵਜੋਂ ਪੜ੍ਹਦੇ ਆ ਤੇ ਫਿਰ ਤਾਂ ਹੀ ਇਹ ਵਿਸ਼ਾ ਜਿਹੜਾ ਵਿਕਸਿਤ ਹੁੰਦਾ ਹੈ। ਔਰ ਇਸ ਵੇਲੇ ਤੁਸੀਂ ਵੇਖ ਰਹੇ ਹੋ ਕਿ ਸੰਗੀਤ ਗਾਇਨ, ਸੰਗੀਤ ਵਾਦਨ, ਤਬਲਾ ਵਾਦਨ, ਇਹ ਸਾਰੇ ਖੇਤਰਾਂ ਦੇ ਵਿੱਚ ਸਾਡੇ ਵਿਦਿਆਰਥੀ ਅੱਗੇ ਆ ਰਹੇ ਨੇ। ਤੋਂ ਪੰਜਾਬੀ ਯੂਨੀਵਰਸਿਟੀ ਵਿੱਚ ਰਹਿੰਦੇ ਆ ਸਾਡੀ ਪ੍ਰਾਪਤੀ ਹੈ ਕਿ ਅਸੀਂ ਇੱਕ ਮਾਧਿਅਮ ਪ੍ਰਵਰਤਨ ਸਕੀਮ ਦੇ ਅਧੀਨ ਸੰਗੀਤ ਵਿਸ਼ੇ ਦੇ ਵਿੱਚ ਪੁਸਤਕਾਂ ਵੀ ਪ੍ਰਕਾਸ਼ਿਤ ਕਰਵਾ ਸਕੇ ਔਰ ਰਿਸਰਚ ਵੀ ਕਰ ਸਕੇ ਜੀ। ਔਰ ਰਿਸਰਚ ਦੇ ਵਿੱਚ ਸਾਡੇ ਜਿਹੜੇ ਵੱਖ-ਵੱਖ ਵਿਸ਼ੇ ਨੇ ਉਹ ਰਹੇ, ਕਲਾਸੀਕਲ ਮਿਊਜ਼ਿਕ ਵੀ ਰਿਹਾ, ਲੋਕ ਸੰਗੀਤ ਵੀ ਰਿਹਾ। ਲੋਕ ਸੰਗੀਤ ਇੱਕ ਵੱਡੀ ਸਾਡੀ ਧਰੋਹਰ ਹੈ, ਵਿਰਾਸਤ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਵੇਖਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਵੱਖ-ਵੱਖ ਰਾਗ ਨੇ, ਸ਼ਾਸਤਰੀ ਸੰਗੀਤ ਦੇ ਰਾਗ ਨੇ, ਉੱਥੇ ਲੋਕ ਸੰਗੀਤ ਦੇ ਵੀ ਬਹੁਤ ਸਾਰੇ ਰਾਗ ਨੇ, ਲੋਕ ਸੰਗੀਤ ਦੀਆਂ ਵੀ ਬਹੁਤ ਸਾਰੀਆਂ ਗਾਇਨ ਸ਼ੈਲੀਆਂ ਨੇ। ਇਸ ਕਰਕੇ ਸਾਡੇ ਮਨ ਵਿੱਚ ਸੀ ਕਿ ਲੋਕ ਸੰਗੀਤ ਉੱਤੇ ਵੀ ਖੋਜ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਜਾਣ ਸਕੀਏ ਕਿ ਗੁਰਮਤਿ ਸੰਗੀਤ ਦੀ, ਸਿੱਖ ਸੰਗੀਤ ਦੀ ਸਾਡੀ ਵਿਰਾਸਤ ਕੀ ਹੈ। ਸੋ ਪੰਜਾਬੀ ਲੋਕ ਸੰਗੀਤ ਉੱਤੇ ਖੋਜ ਕਰਦੇ ਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਪੰਜਾਬ ਦਾ ਜਿਹੜਾ ਇਲਾਕਾ ਹੈ, ਮਾਝਾ, ਮਾਲਵਾ, ਦੁਆਬਾ, ਪੁਆਧ, ਇਸ ਇਲਾਕੇ ਤੋਂ ਤੁਹਾਨੂੰ ਇਹ ਖੁਸ਼ੀ ਹੋਏਗੀ ਕਿ ਮੈਂ ਘੁੰਮ ਫਿਰ ਕੇ ਸਾਰੇ ਪਾਸੇ 400 ਦੇ ਕਰੀਬ ਜਿਹੜੇ ਆਰਟਿਸਟ ਨੇ ਉਹ ਲੱਭੇ, ਜਿਹੜੇ ਪੁਰਾਣੀਆਂ ਚੀਜ਼ਾਂ ਗਾਉਂਦੇ ਸੀ, ਪੁਰਾਤਨ ਲੋਕ ਗੀਤ ਗਾਉਂਦੇ ਸੀ, ਪੁਰਾਤਨ ਸਾਜ਼ ਵਜਾਉਂਦੇ ਸੀ, ਕਿਉਂਕਿ ਉਹ ਸਾਡਾ ਬੜਾ ਵੱਡਾ ਇੱਕ ਧਰੋਹਰ ਹੈ ਔਰ ਸਾਡੇ ਪੰਜਾਬੀਆਂ ਦੀ ਬੜੀ ਵੱਡੀ ਵਿਰਾਸਤ ਹੈ। ਹੁਣ ਤੁਸੀਂ ਕਮਰਸ਼ੀਅਲੀ ਬਹੁਤ ਸਾਰੇ ਗਾਇਕਾਂ ਨੂੰ ਸੁਣਦੇ ਹੋ, ਪਰ ਉਹ ਪੁਰਾਣੇ ਗਾਇਕ ਕਿੱਥੇ ਗਏ, ਪੁਰਾਣੇ ਸਾਜ਼ ਕਿੱਥੇ ਗਏ? ਉਹਨਾਂ ਨੂੰ ਅਸੀਂ ਲੱਭ ਕੇ ਮਾਝਾ, ਮਾਲਵਾ, ਦੁਆਬਾ, ਪੁਆਧ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਲੋਕ ਸੰਗੀਤ ਮੇਲੇ ਲਾਣੇ ਸ਼ੁਰੂ ਕੀਤੇ ਔਰ ਉਹਦੇ ਵਿੱਚ ਸਾਰੇ ਆਰਟਿਸਟਾਂ ਨੂੰ ਬੁਲਾ ਕੇ ਅਸੀਂ ਕਈ ਡਾਕੂਮੈਂਟਰੀ ਫਿਲਮਾਂ ਵੀ ਬਣਾਈਆਂ ਔਰ ਰਿਕਾਰਡਿੰਗ ਵੀ ਉਹਨਾਂ ਦੀ ਕੀਤੀ। ਔਰ 2 ਭਾਗਾਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਲੋਕ ਸੰਗੀਤ ਵਿਰਾਸਤ ਨਾਮ ਦੀ ਇੱਕ ਪੁਸਤਕ ਜਿਹੜੀ ਹੈ ਉਹ ਮੇਰੀ ਪ੍ਰਕਾਸ਼ਿਤ ਕੀਤੀ। ਉਹਦੇ ਵਿੱਚ ਜਿੰਨੇ ਵੀ ਸਾਡੇ ਕਵੀਸ਼ਰ ਨੇ, ਢਾਡੀ ਨੇ, ਤੂੰਬੇ ਤਾਰੇ ਵਾਲੇ, ਤੂੰਬੀ ਵਾਲੇ, ਕਿੰਗ ਵਾਲੇ ਔਰ ਬੀਨ ਵਜਾਉਣ ਵਾਲੇ ਔਰ ਹੋਰ ਸਾਜ਼ ਵਜਾਉਣ ਵਾਲੇ, ਉਹਨਾਂ ਸਾਜ਼ੀਆਂ ਦੀਆਂ ਵੀ ਗੱਲਾਂ ਨੇ। ਔਰ ਨਾਲ ਦੀ ਨਾਲ ਜਿਹੜਾ ਸਾਡੀ ਉਹਨਾਂ ਜਿਹੜੀਆਂ ਚੀਜ਼ਾਂ ਉਹ ਗਾਉਂਦੇ ਨੇ, ਗਾਇਨ ਕਰਦੇ ਨੇ, ਚਾਹੇ ਉਹ ਵਾਰ ਪਰੰਪਰਾ ਹੈ, ਚਾਹੇ ਕਵੀਸ਼ਰੀ ਦੀ ਪਰੰਪਰਾ ਹੈ ਜਾਂ ਸਾਡੇ ਔਰਤਾਂ ਦੇ ਗੀਤ ਨੇ, ਉਹਨਾਂ ਨੂੰ ਅਸੀਂ ਉਹਨਾਂ ਦਾ ਸੰਗੀਤ ਵਿਗਿਆਨਕ ਅਧਿਐਨ ਕਰਕੇ ਸੁਰਲਿਪੀਬੱਧ ਕਰਕੇ ਸਾਰਿਆਂ ਦੇ ਸਾਹਮਣੇ ਰੱਖਿਆ। ਇਹ ਵੀ ਇੱਕ ਪ੍ਰਾਪਤੀ ਹੈ। ਔਰ ਉਸ ਤੇ ਅਸੀਂ 4 ਡਾਕੂਮੈਂਟਰੀ ਫਿਲਮਾਂ ਵੀ ਬਣਾਈਆਂ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ। ਇਹ ਸੰਗੀਤ ਦੇ ਵਿਸ਼ੇ ਵਿੱਚ ਪ੍ਰਾਪਤੀ ਹੈ। ਔਰ ਜਿਹੜੇ ਪੰਜਾਬ ਦੇ ਸਾਡੇ ਸੰਗੀਤ ਦੇ ਜਿਹੜੇ ਉਸਤਾਦ ਸੀ, ਉਹਨਾਂ ਦੇ ਬਾਰੇ ਵਿੱਚ ਵੀ 1984-85 ਦੇ ਵਿੱਚ ਇੱਕ ਪੁਸਤਕ ਮੈਨੂੰ ਕੰਪਾਈਲ ਕਰਨ ਦਾ ਮੌਕਾ ਮਿਲਿਆ, ਪੰਜਾਬੀ ਸੰਗੀਤਕਾਰ, ਕਲਾਸੀਕਲ ਮਿਊਜ਼ੀਸ਼ੀਅਨਸ। ਔਰ ਇਹਦੇ ਨਾਲ ਹੀ ਉਹਨਾਂ ਦੀ ਜਿਹੜੀਆਂ ਸ਼ਾਸਤਰੀ ਸੰਗੀਤ ਦੀਆਂ ਬੰਦਸ਼ਾਂ ਸੀ ਉਹ ਵੀ ਅਸੀਂ ਸੁਰਲਿਪੀਬੱਧ ਕਰਕੇ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੀਆਂ। ਤੁਸੀਂ ਇੱਕ ਸ਼ਾਸਤਰੀ ਸੰਗੀਤ ਸੁਣਿਆ ਹੋਣਾ, ਉਸ ਵਿੱਚ ਜਿਹੜੀਆਂ ਬੰਦਸ਼ਾਂ ਗਾਈਆਂ ਜਾਂਦੀਆਂ ਨੇ, ਰਚਨਾਵਾਂ ਗਾਈਆਂ ਜਾਂਦੀਆਂ ਨੇ, ਉਹ ਬ੍ਰਜ ਭਾਸ਼ਾ ਵਿੱਚ ਜਾਂ ਹਿੰਦੀ ਨੁਮਾ ਹੁੰਦੀਆਂ ਨੇ, ਵੱਖ-ਵੱਖ ਘਰਾਣਿਆਂ ਦੀਆਂ ਜੋ ਖਿਆਲ ਗਾਉਂਦੇ ਨੇ ਜੀ, ਪੰਜਾਬੀ ਦੀਆਂ ਨਹੀਂ ਮਿਲਦੀਆਂ। ਪਰ ਅਸੀਂ ਪੰਜਾਬੀ ਭਾਸ਼ਾ ਵਿੱਚ ਸ਼ਾਸਤਰੀ ਸੰਗੀਤ ਵਿੱਚ ਜੋ ਗਾਇਆ ਜਾਂਦਾ ਸੀ ਉਹ ਵੀ ਇਕੱਠਾ ਕਰਕੇ ਇੱਕ ਕਿਤਾਬ ਪੰਜਾਬੀ ਭਾਸ਼ਾ ਸ਼ਾਸਤਰੀ ਗਾਇਨ ਬੰਦਸ਼ਾ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੀ। ਸੋ ਇਸ ਤਰ੍ਹਾਂ ਪੰਜਾਬ ਦੀ ਸੰਗੀਤ ਪਰੰਪਰਾ ਨੂੰ ਲੋਕਾਂ ਦੇ ਸਾਹਮਣੇ ਰੱਖਣ ਦੇ ਲਈ ਸ਼ਾਸਤਰੀ ਸੰਗੀਤ, ਲੋਕ ਸੰਗੀਤ, ਲੋਕ ਨਾਚਾਂ ਦੇ ਵਿੱਚ ਜਿੱਥੇ ਅਸੀਂ ਰਿਸਰਚ ਕੀਤੀ ਔਰ ਉੱਥੇ ਪੰਜਾਬੀ ਯੂਨੀਵਰਸਿਟੀ ਵੱਲੋਂ ਮੇਰੀਆਂ ਬਹੁਤ ਸਾਰੀਆਂ ਪੁਸਤਕਾਂ ਜਿਹੜੀਆਂ ਨੇ ਪ੍ਰਕਾਸ਼ਿਤ ਹੋਈਆਂ। ਉਹਦੇ ਨਾਲ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਵੀ ਵੱਖ-ਵੱਖ ਜਿਹੜੀਆਂ ਪ੍ਰਕਾਸ਼ਨਾਵਾਂ ਕੀਤੀਆਂ ਗਈਆਂ। ਔਰ ਇਸ ਦੀ ਬਦੌਲਤ ਜਦੋਂ ਤੁਸੀਂ ਕੰਮ ਕਰਦੇ ਹੋ ਤੇ ਤੁਹਾਨੂੰ ਮਾਣ ਸਨਮਾਨ ਸਤਿਗੁਰੂ ਆਪ ਦਿਵਾਉਂਦੇ ਨੇ, ਉਹ ਵੀ ਪ੍ਰਾਪਤ ਹੋਏ। ਔਰ ਇਹਦੇ ਨਾਲ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਸਟੇਟ ਅਵਾਰਡ ਮਿਲਿਆ, ਸ਼੍ਰੋਮਣੀ ਰਾਗੀ ਦਾ ਅਵਾਰਡ ਮਿਲਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਰਾਗੀ ਦਾ ਅਵਾਰਡ ਮਿਲਿਆ, ਔਰ ਪਿੱਛੇ ਜੇ ਆਪੇ ਹੀ ਗੁਰੂ ਨੇ ਕਿਰਪਾ ਕੀਤੀ ਸੰਗੀਤ ਨਾਟਕ ਅਕੈਡਮੀ ਦਾ ਜਿਹੜਾ ਰਾਸ਼ਟਰਪਤੀ ਅਵਾਰਡ ਹੈ ਉਹ ਭਾਰਤ ਦੇ ਰਾਸ਼ਟਰਪਤੀ ਵੱਲੋਂ ਮਿਲਿਆ। ਇਹ ਸਾਰਾ ਕੁਝ ਔਰ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਦੇਸ਼ ਵਿਦੇਸ਼ ਦੇ ਵਿੱਚ, ਸੰਗਤਾਂ ਨੇ ਇੰਨੀ ਕਿਰਪਾ ਕੀਤੀ ਹੈ ਕਿ ਜੋ ਕਾਰਜ ਕੀਤੇ ਨੇ, ਜਿੱਥੇ ਉਹਨਾਂ ਨੂੰ ਸੰਗਤਾਂ ਨੇ ਪ੍ਰਮਾਣਿਕਤਾ ਦਿੱਤੀ, ਸਰਪ੍ਰਸਤੀ ਦਿੱਤੀ, ਮਾਨਤਾ ਦਿੱਤੀ, ਉੱਥੇ ਨਾਲ ਹੀ ਔਰ ਇਸ ਮਾਨ ਸਨਮਾਨ ਕੋਈ ਮੇਰੇ ਮਾਨ ਸਨਮਾਨ ਨਹੀਂ, ਇਹ ਤੇ ਸਤਿਗੁਰਾਂ ਨੇ ਆਪ ਪ੍ਰਦਾਨ ਕੀਤੇ ਨੇ ਔਰ ਸੰਗਤ ਦੁਆਰਾ ਦਿੱਤੇ ਗਏ। ਜਿਹੜੇ ਮੇਰੇ ਸਾਰੇ ਸਹਿਯੋਗੀਆਂ ਨੇ, ਸਰਪ੍ਰਸਤਾਂ ਨੇ
ਕੰਮ ਕੀਤਾ ਸੀ, ਉਹਨਾਂ ਦੇ ਮਾਨ ਸਨਮਾਨ ਨੇ ਔਰ ਉਹ ਸੰਗਤ ਦੀ ਇੱਕ ਅਸੀਸ ਦੇ ਰੂਪ ਵਿੱਚ ਸਾਰੇ ਪ੍ਰਾਪਤ ਹੋਏ ਨੇ। ਸੋ ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਸੰਗੀਤ ਦੇ ਖੇਤਰ ਵਿੱਚ ਕੰਮ ਕਰਦਿਆਂ ਜਿਹੜਾ ਸੰਗੀਤ ਨੂੰ ਫੋਕਸ ਕਰਕੇ ਕੰਮ ਕੀਤਾ ਸੀ, ਉਹ ਪੰਜਾਬ ਦੀ ਸੰਗੀਤ ਪਰੰਪਰਾ ਨੂੰ ਪ੍ਰਫੁੱਲਤ ਕਰਨ ਵਿੱਚ ਔਰ ਹਿੰਦੁਸਤਾਨੀ ਸੰਗੀਤ ਔਰ ਭਾਰਤੀ ਸੰਗੀਤ ਵਿੱਚ ਇਸ ਦੀ ਪ੍ਰਮੁੱਖਤਾ ਨੂੰ ਉਭਾਰਨ ਦੇ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਅਸੀਂ ਬਹੁਤ ਸਾਰਾ ਜਿਹੜਾ ਕੰਮ ਹੈ ਉਹ ਕਰਨ ਵਿੱਚ ਕਾਮਯਾਬ ਹੋਏ ਰਹੇ ਔਰ ਇਹ ਮੈਨੂੰ ਆਪਣੀ ਇੱਕ ਬੜੀ ਵੱਡੀ ਪ੍ਰਾਪਤੀ ਲੱਗਦੀ ਹੈ। ਔਰ ਇਸ ਵੇਲੇ ਅਸੀਂ ਵੇਖਦੇ ਹਾਂ ਕਿ ਪੰਜਾਬ ਦੇ ਵਿੱਚ ਕੇਵਲ ਗੁਰਮਤਿ ਸੰਗੀਤ ਤਾਂ ਅਸੀਂ ਇੰਟਰੋਡਿਊਸ ਕਰਵਾਉਣ ਵਿੱਚ ਸਫਲ ਹੀ ਰਹੇ, ਅਸੀਂ ਪੰਜਾਬ ਦੀ ਸੰਗੀਤ ਪਰੰਪਰਾ ਨੂੰ ਭਾਰਤੀ ਸੰਗੀਤ ਦੇ ਵਿੱਚ ਔਰ ਖਾਸ ਤੌਰ ਤੇ ਪੰਜਾਬ ਵਿੱਚ ਇੰਟਰੋਡਿਊਸ ਕਰਾਉਣ ਵਿੱਚ ਵੀ ਕਾਮਯਾਬ ਰਹੇ, ਜਿਹਦੇ ਵਿੱਚੋਂ ਇੱਕ ਪ੍ਰਾਪਤੀ ਇਹ ਹੈ ਕਿ ਤੁਸੀਂ ਲੋਕ ਸਾਜ਼ਾਂ ਦੇ ਆਰਕੈਸਟਰਾ ਕਦੇ ਨਹੀਂ ਸੁਣਿਆ ਹੋਣਾ। ਲੋਕ ਸਾਜ਼ਾਂ ਦਾ ਆਰਕੈਸਟਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਾਕਟਰ SP ਸਿੰਘ ਹੋਰਾਂ ਦੀ ਸਰਪ੍ਰਸਤੀ ਵਿੱਚ ਉੱਥੇ ਯੂਥ ਫੈਸਟੀਵਲ ਵਿੱਚ ਸ਼ੁਰੂ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿੰਨੀਆਂ ਸਾਡੀਆਂ ਪਰੰਪਰਾਵਾਂ ਨੇ, ਕਵੀਸ਼ਰੀ ਹੈ, ਉਹ ਪੰਜਾਬੀ ਲੋਕ ਸੰਗੀਤ ਮੇਲਿਆਂ ਦੀ ਬਦੌਲਤ ਉਹਨਾਂ ਦੀਆਂ ਜਿਹੜਾ ਵੱਖਰਾ ਯੂਥ ਫੈਸਟੀਵਲ ਹੈ ਤਾਂ ਕਿ ਅਗਲੀ ਜਨਰੇਸ਼ਨ ਸਾਡੀ ਵਿਰਾਸਤ ਨਾਲ ਜੁੜ ਸਕੇ, ਉਹ ਸ਼ੁਰੂ ਹੋ ਗਿਆ। ਔਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਕਲਾਸੀਕਲ ਮਿਊਜ਼ਿਕ, ਸ਼ਾਸਤਰੀ ਸੰਗੀਤ ਦੇ ਭਾਈ ਮਰਦਾਨਾ ਜੀ ਦੇ ਨਾਮ ਦੇ ਉੱਤੇ ਇੱਕ ਸ਼ਾਸਤਰੀ ਸੰਗੀਤ ਸੰਮੇਲਨ ਜਿਹੜਾ ਹੈ ਉਹ ਆਰੰਭ ਕੀਤਾ। ਜਿਵੇਂ ਹਰਵੱਲਭ ਸੰਗੀਤ ਸੰਮੇਲਨ ਹੁੰਦਾ ਜਲੰਧਰ ਵਿੱਚ, ਉਸ ਤਰ੍ਹਾਂ ਸਾਡੇ ਮਨ ਵਿੱਚ ਸੀਗਾ ਕਿ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਅਸੀਂ ਸ਼ਾਸਤਰੀ ਸੰਗੀਤ ਸੰਮੇਲਨ ਕਿਉਂ ਨਹੀਂ ਕਰ ਸਕਦੇ। ਸਿੰਘ ਬੰਧੂ ਸਰਦਾਰ ਸੁਰਿੰਦਰ ਸਿੰਘ ਹੋਰਾਂ ਦਾ ਇਹ ਆਈਡੀਆ ਸੀ ਔਰ ਡਾਕਟਰ ਜਸਪਾਲ ਸਿੰਘ ਹੋਰਾਂ ਨੇ ਸਹਿਯੋਗ ਦਿੱਤਾ ਔਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਉਹ ਸ਼ੁਰੂ ਕਰਵਾਉਣ ਦੇ ਵਿੱਚ ਕਾਮਯਾਬ ਹੋਏ। ਔਰ ਇਸ ਤਰ੍ਹਾਂ ਸ਼ਾਸਤਰੀ ਸੰਗੀਤ, ਲੋਕ ਸੰਗੀਤ ਦੇ ਖੇਤਰ ਵਿੱਚ ਇਹ ਸਾਰੀਆਂ ਪ੍ਰਾਪਤੀਆਂ ਹੋਈਆਂ ਔਰ ਉਸ ਲਈ ਸੰਗਤ ਵੱਲੋਂ ਬਹੁਤ ਸਾਰੀ ਔਰ ਲੋਕਾਂ ਵੱਲੋਂ, ਪੰਜਾਬੀਆਂ ਵੱਲੋਂ ਬਹੁਤ ਸਰਾਹਨਾ ਵੀ ਮਿਲੀ। ਔਰ ਸਭ ਜਿਸ ਤਰ੍ਹਾਂ ਆਪਾਂ ਸਾਰੇ ਬੜੇ ਵਡਭਾਗੇ ਸੀ ਕਿ ਆਪਾਂ ਨੂੰ ਪਿਛਲੇ ਸਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲ ਸਾਡੇ ਜੀਵਨ ਵਿੱਚ ਮਹਾਰਾਜ ਰਹਿਮਤ ਕੀਤੀ ਕਿ ਅਸੀਂ ਉਸ ਸ਼ਤਾਬਦੀ ਵਿੱਚ ਹਾਜ਼ਰੀ ਲਾ ਪਾਏ। ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਆਪਾਂ ਗੱਲ ਕਰਦੇ ਹਾਂ, 31 ਰਾਗ ਦੇ ਵਿੱਚ ਕੀਰਤਨ ਕਰਨਾ ਵਡਭਾਗਿਆਂ ਨੂੰ ਨਸੀਬ ਹੁੰਦਾ ਹੈ। ਮਾਲਕ ਵਡਭਾਗਿਆਂ ਨੂੰ ਇਹ ਸਮਾਂ ਬਖਸ਼ਦੇ ਹਨ। ਆਪ ਜੀ ਨੇ ਵੀ ਇਹ ਸੇਵਾ ਨਿਭਾਈ ਹੈ। ਜਿੱਥੇ ਆਪਾਂ ਸਤਿਕਾਰਯੋਗ ਸਾਡੇ ਅਤੀ ਸਤਿਕਾਰਯੋਗ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੇ ਵੀ ਇਹ ਸੇਵਾ ਨਿਭਾਈ ਸੀ। ਇਹਦੇ ਬਾਰੇ ਜ਼ਰੂਰ, ਕਿਉਂਕਿ ਆਪਣੀਆਂ ਜਨਰੇਸ਼ਨਸ ਬਹੁਤ ਸਾਰੇ ਸਿਆਣਿਆਂ ਨੂੰ ਵੀ ਨਹੀਂ ਪਤਾ, ਕਈਆਂ ਨੂੰ, ਮੇਰੇ ਵਰਗਿਆਂ ਨੂੰ ਵੀ ਭਾਈ 31 ਰਾਗ ਮਹਾਰਾਜ ਦੇ ਕਿਸ ਤਰ੍ਹਾਂ ਹਨ, ਥੋੜੀ ਜਿਹੀ ਉਹਦੇ ਬਾਰੇ ਆਪ ਜੀ ਜ਼ਰੂਰ ਸਮਾਂ ਆਪ ਜੀ ਪਾਸ ਜਿੰਨਾ ਵੀ ਹੈ ਪਰ ਆਪਾਂ ਜ਼ਰੂਰ ਸੰਗਤਾਂ ਨਾਲ ਸਾਂਝ ਪਾਈਏ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਨੂੰ ਅਗਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਪਾਠ ਦੀਦਾਰ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤਤਕਰਾ ਆਉਂਦਾ ਹੈ ਔਰ ਤਤਕਰੇ ਨੂੰ ਵੇਖ ਕੇ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ 31 ਰਾਗਾਂ ਵਿੱਚ ਵਰਗੀਕ੍ਰਿਤ ਕੀਤੀ ਹੈ, ਕਲਾਸੀਫਾਈ ਕੀਤੀ ਹੈ। ਸਾਰੀ ਬਾਣੀ ਨੂੰ 31 ਰਾਗਾਂ ਵਿੱਚ ਵੰਡਿਆ ਗਿਆ ਔਰ ਰਾਗਾਤਮਕ ਬਾਣੀ ਦਾ ਪ੍ਰਾਰੰਭ ਜਿਹੜਾ ਹੈ ਸ੍ਰੀ ਰਾਗ ਤੋਂ ਹੁੰਦਾ। ਸ੍ਰੀ ਰਾਗ ਤੋਂ ਲੈ ਕੇ ਜੈਜਾਵੰਤੀ ਤੱਕ ਜਿਹੜੇ 31 ਰਾਗ ਨੇ ਉਹਨਾਂ ਵਿੱਚ ਬਾਣੀ ਸਤਿਗੁਰਾਂ ਨੇ ਸਾਨੂੰ ਲਿਖਤ ਰੂਪ ਵਿੱਚ ਪ੍ਰਦਾਨ ਕੀਤੀ ਹੈ। ਔਰ ਇਹ ਸਾਰੀ ਬਾਣੀ 31 ਰਾਗਾਂ ਵਿੱਚ ਹੀ ਨਹੀਂ, ਹਰ ਇੱਕ ਰਾਗ ਦੇ ਵਿੱਚ ਫਿਰ ਹੋਰ ਬਹੁਤ ਸਾਰੇ ਮਿਸ਼ਰਤ ਰਾਗ ਜਾਂ ਉਪ ਰਾਗ, ਦੂਸਰੇ ਰਾਗ ਵੀ ਨੇ। ਜਿਵੇਂ ਪਹਿਲਾ ਰਾਗ ਸ੍ਰੀ ਹੈ, ਦੂਸਰਾ ਰਾਗ ਮਾਝ ਹੈ, ਉਸ ਤੋਂ ਬਾਅਦ ਗੌੜੀ ਦਾ ਪ੍ਰਾਰੰਭ ਹੋ ਜਾਂਦਾ। ਤਾਂ ਗੌੜੀ ਦੇ ਵਿੱਚ ਗੌੜੀ ਗੁਆਰੇ ਦੀ, ਗੌੜੀ ਦੀਪਕੀ, ਗੌੜੀ ਮਾਝ, ਗੌੜੀ ਮਾਲਵਾ, ਗੌੜੀ ਪੂਰਬੀ, ਇਹ ਸਾਰੇ ਰਾਗ, ਗੌੜੀ ਦੱਖਣੀ, ਇਹ ਸਾਰੇ ਰਾਗ ਉਸ ਵਿੱਚ ਆ ਜਾਂਦੇ ਨੇ। ਅੱਗੇ ਆਸਾ ਹੈ ਤਾਂ ਆਸਾ ਦੇ ਵਿੱਚ ਆਸਾ ਕਾਫੀ, ਅਸਾਵਰੀ, ਅਸਾਵਰੀ ਸੁਧੰਗ, ਇਹ ਸਾਰੇ ਰਾਗ। ਔਰ ਫਿਰ ਅੱਗੇ ਚਲੀਏ ਤਾਂ ਸੂਹੀ, ਸੂਹੀ ਲਲਿਤ, ਸੂਹੀ ਕਾਫੀ, ਫਿਰ ਅੱਗੇ ਪ੍ਰਭਾਤੀ, ਵਿਭਾਸ ਪ੍ਰਭਾਤੀ, ਪ੍ਰਭਾਤੀ ਦੱਖਣੀ, ਇਹ ਸਾਰੇ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਮੁੱਖ ਰਾਗ 31 ਔਰ ਉਹਨਾਂ ਦੇ ਨਾਲ ਉਹਨਾਂ ਦੇ ਹੋਰ 31 ਜਿਹੜੇ ਮਿਸ਼ਰਤ ਜਾਂ ਦੂਸਰੇ ਰਾਗ ਨੇ, ਉਹਨਾਂ ਦੇ ਪ੍ਰਕਾਰ ਨੇ, ਦੱਖਣੀ ਰਾਗ ਨੇ, ਉਹ ਵੀ ਸਤਿਗੁਰਾਂ ਨੇ ਅੰਕਿਤ ਕਰਕੇ ਸਾਰੀ ਬਾਣੀ ਨੂੰ ਰਾਗਬੱਧ ਕੀਤਾ। ਕਿਉਂਕਿ ਰਾਗ ਇੱਕ ਚਿਰੰਜੀਵੀ ਸ਼ਕਤੀਸ਼ਾਲੀ ਸਾਡੀ ਨਾਦਾਤਮਕ ਪਰੰਪਰਾ ਹੈ ਭਾਰਤੀ ਸੰਗੀਤ ਦੀ। ਔਰ ਰਾਗ ਗੁਰੂ ਸਾਹਿਬ ਨੇ ਸਾਨੂੰ ਇੱਕ ਖਾਸ ਕਿਸਮ ਦਾ ਜਿਹੜਾ ਸੁਰਾਤਮਕ ਰੰਗ ਪ੍ਰਦਾਨ ਕੀਤਾ ਜਿਹਦੇ 'ਚ ਅਸੀਂ ਗਾ ਕੇ ਉਸ ਇਲਾਹੀ ਸ਼ਬਦ ਦੇ ਦੀਦਾਰ ਕਰ ਸਕੀਏ। ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਗਾਉਂਦੇ ਹੋਣਗੇ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਗੁਰੂ ਸਾਹਿਬ ਗਾਉਂਦੇ ਹੋਣਗੇ, ਕਿਸ ਤਰ੍ਹਾਂ ਰਬਾਬੀ ਰਾਗੀ ਕੀਰਤਨੀ ਕਰਦੇ ਹੋਣਗੇ, ਇਹ ਸਾਨੂੰ ਰਾਗ ਦੀ ਅਗਰ ਜਰਨੀ ਅਸੀਂ ਕਰਦੇ ਹਾਂ ਤੇ ਫਿਰ ਹੀ ਸਾਨੂੰ ਉਸ ਦਾ ਪਤਾ ਲੱਗਦਾ। ਔਰ ਇਸੇ ਕਰਕੇ ਹੀ ਰਾਗਾਂ ਵਿੱਚ, ਰਾਗਾਂ ਦੇ ਜਿਹੜੇ ਸਿਰਲੇਖ ਨੇ ਸਤਿਗੁਰਾਂ ਨੇ ਹਰ ਸ਼ਬਦ ਦੇ ਉੱਪਰ ਸਾਨੂੰ ਦਿੱਤੇ ਨੇ ਤਾਂ ਕਿ ਅਸੀਂ
ਉਹਨਾਂ ਰਾਗਾਂ ਵਿੱਚ ਗਾਇਨ ਕਰਕੇ ਅਸੀਂ ਗੁਰ ਸ਼ਬਦ ਦੇ ਸੁਨੇਹੇ ਦਾ ਵਰਤਾਰਾ ਕਿਵੇਂ ਵਰਤਿਆ, ਕਿਵੇਂ ਉਹ ਪ੍ਰਕਾਸ਼ਿਤ ਹੋਇਆ, ਉਸ ਦੇ ਨੇੜੇ ਹੋ ਸਕੀਏ। ਇਸ ਕਰਕੇ ਸ਼ਬਦ ਕੀਰਤਨ ਸਾਨੂੰ ਰਾਗਾਂ ਵਿੱਚ ਕਰਨ ਲਈ ਮਰਿਆਦਤ ਰੂਪ ਦੇ ਵਿੱਚ ਕਿਹਾ ਗਿਆ, ਔਰ ਸਿੱਖ ਜਿਹੜੀ ਰਹਿਤ ਮਰਿਆਦਾ ਹੈ ਉਸ ਵਿੱਚ ਵੀ ਕੀਰਤਨ ਨੂੰ ਪ੍ਰਭਾਸ਼ਿਤ ਕਰਦਿਆਂ ਇਹ ਕਿਹਾ ਗਿਆ ਕਿ ਰਾਗਾਂ ਵਿੱਚ ਸ਼ਬਦ ਗਾਇਨ ਨੂੰ ਕੀਰਤਨ ਕਿਹਾ ਜਾਂਦਾ, ਯਾਨੀ ਕਿ ਕੀਰਤਨ ਨੂੰ ਡਿਫਾਈਨ ਵੀ ਇਸੇ ਤਰ੍ਹਾਂ ਹੀ ਕੀਤਾ ਜਾਂਦਾ, ਔਰ ਇਸੇ ਕਰਕੇ ਕੀਰਤਨ ਦਾ ਮਹੱਤਵ ਬਹੁਤ ਜ਼ਿਆਦਾ ਹੈ। ਕੀਰਤਨ 31 ਰਾਗਾਂ ਵਿੱਚ ਤਾਂ ਸਾਰੇ ਕਰ ਲੈਂਦੇ ਸੀ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਮੈਂ ਆਪਣੇ ਅਧਿਆਪਕ ਵਜੋਂ ਆਪਣੀ ਜੀਵਨ ਯਾਤਰਾ ਸ਼ੁਰੂ ਕੀਤੀ, ਵਿਦਿਆਰਥੀ ਵਜੋਂ ਆਪਣੀ ਜੀਵਨ ਯਾਤਰਾ ਸ਼ੁਰੂ ਕੀਤੀ, ਤਾਂ ਪਟਿਆਲਾ ਵਿੱਚ ਅਸੀਂ ਪ੍ਰੋਫੈਸਰ ਤਾਰਾ ਸਿੰਘ ਜੀ ਦੇ ਨਾਲ ਇੱਕ ਗੁਰਮਤਿ ਸੰਗੀਤ ਸੁਸਾਇਟੀ ਬਣਾਈ। ਅੱਛਾ ਜੀ। ਉਹ ਸੁਸਾਇਟੀ ਦਾ ਮਕਸਦ ਇਹ ਸੀ, ਪ੍ਰਿੰਸੀਪਲ ਸਤਵੀਰ ਸਿੰਘ ਜੀ ਵੀ ਸਾਡੇ ਨਾਲ ਹੁੰਦੇ ਸੀ, ਕਿ ਅਸੀਂ ਘਰ ਘਰ ਜਾ ਕੇ ਆਪਣੇ ਸਾਈਕਲਸ ਦੇ ਉੱਪਰ ਜਾ ਕੇ ਕੀਰਤਨ ਕਰਦੇ ਸੀ ਰਾਗਾਂ ਦੇ ਵਿੱਚ। ਮੇਰੇ ਨਾਲ ਮੇਰੇ ਵਾਈਫ ਡਾਕਟਰ ਅੰਮ੍ਰਿਤਪਾਲ ਕੌਰ ਜੀ, ਪ੍ਰੋਫੈਸਰ ਤਾਰਾ ਸਿੰਘ ਜੀ ਦੇ ਵਾਈਫ ਸ਼੍ਰੀਮਤੀ ਸੁਰਜੀਤ ਕੌਰ ਜੀ, ਔਰ ਹੋਰ ਸਾਰੇ ਲੋਕ ਜਿਹੜੇ ਸੀ ਉਹਨਾਂ ਦੇ ਵਿਦਿਆਰਥੀ, ਇਹ ਸਾਰੇ ਸ਼ਾਮਲ ਹੁੰਦੇ ਸੀ, ਔਰ ਇੱਕ ਇੱਕ ਰਾਗ ਦੀ ਬਾਣੀ ਦਾ ਗਾਇਨ ਕਰਕੇ ਉਸ ਦੇ ਬਾਰੇ ਜਾਣਕਾਰੀ ਵੀ ਦੇਣੀ, ਔਰ ਪ੍ਰਿੰਸੀਪਲ ਸਤਵੀਰ ਸਿੰਘ ਜੀ ਉਸ ਰਾਗ ਦੀ ਬਾਣੀ ਦੀ ਵਿਆਖਿਆ ਕਰਿਆ ਕਰਦੇ ਸੀ। ਸੋ ਇਹ ਸਿਲਸਿਲਾ ਕੋਈ ਕਾਫੀ 3-4 ਸਾਲ ਇਹ ਸਿਲਸਿਲਾ ਚੱਲਿਆ, ਔਰ ਉਸ ਵਿੱਚ ਮੇਰੀ ਟ੍ਰੇਨਿੰਗ ਹੋਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਮੁੱਖ ਰਾਗ ਔਰ 31 ਰਾਗ ਪ੍ਰਕਾਰ, ਉਹ ਉਹਨਾਂ ਦੀ ਸਿਖਲਾਈ ਵੀ ਪ੍ਰਾਪਤ ਹੋਈ, ਔਰ ਉਹਨਾਂ ਦਾ ਮੈਂ ਗਾਇਨ ਵੀ ਕੀਤਾ। ਉਸ ਤੋਂ ਬਾਅਦ ਫਿਰ ਸਾਡੇ ਕੋਲ ਆ ਗਏ ਬਾਬਾ ਜੀ, ਬਾਬਾ ਸੁੱਚਾ ਸਿੰਘ ਜੀ, ਸੰਤ ਬਾਬਾ ਸੁੱਚਾ ਸਿੰਘ ਜੀ, ਮਹਾਂਪੁਰਖ ਜਿਹੜੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਜਿਨ੍ਹਾਂ ਨੇ ਲੜੀ ਚਲਾਈ। ਉਸ ਤੋਂ ਪਹਿਲਾਂ ਗੁਰਮਤਿ ਸੰਗੀਤ ਵਿਸ਼ਾ ਜਿਹੜਾ ਸੀ ਅਜੇ ਇੰਟਰੋਡਿਊਸ ਨਹੀਂ ਸੀ ਹੋਇਆ 1990 ਵਿੱਚ। ਗੁਰਮਤਿ ਸੰਗੀਤ ਵਿਭਿੰਨ ਪ੍ਰਪੇਖ ਅਸੀਂ ਸੈਮੀਨਾਰ ਕੀਤਾ, ਜਾਂ ਸਕੂਲਾਂ ਦੇ ਪੱਧਰ ਉੱਤੇ ਗੁਰਮਤਿ ਸੰਗੀਤ ਲਾਗੂ ਹੋ ਚੁੱਕਾ ਸੀ। ਤਾਂ ਰਾਗ ਦੀ ਪਰੰਪਰਾ ਨੂੰ ਐਸਟੈਬਲਿਸ਼ ਕਰਨ ਦੇ ਲਈ ਜੋ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਰੂਪ ਦੇ ਵਿੱਚ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਕੰਮ ਕੀਤਾ, ਉਹ ਬੜਾ ਮਹੱਤਵਪੂਰਨ ਕੰਮ ਹੈ ਜੋਧੀ ਟਕਸਾਲ ਵੱਲੋਂ, ਔਰ ਉਸ ਦੇ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਜੀ ਔਰ ਮੈਨੂੰ ਸ਼ਾਮਲ ਹੋਣ ਦਾ ਬੜਾ ਅਵਸਰ ਪ੍ਰਦਾਨ ਹੋਇਆ, ਔਰ ਅਸੀਂ ਇੱਕ ਸਿਮਰਤੀ ਗ੍ਰੰਥ ਪਹਿਲਾ ਉਹਨਾਂ ਦਾ ਰਾਗਾਤਮਕ, ਉਹ ਅਸੀਂ ਉੱਥੇ ਐਡਿਟ ਕੀਤਾ, ਜਿਹਦੇ ਵਿੱਚ ਰਾਗ ਨਿਰਣਾਇਕ ਕਮੇਟੀ, ਇਹ ਬੜਾ ਤੁਸੀਂ ਰਾਗ ਬਾਰੇ ਸਵਾਲ ਕੀਤਾ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਰਾਗਾਂ ਦੇ ਨਾਮ ਤਾਂ ਮਿਲਦੇ ਨੇ, ਪਰ ਰਾਗਾਂ ਦੇ ਨਾਵਾਂ ਦੇ ਨਾਲ ਰਾਗਾਂ ਦਾ ਸੁਰਾਤਮਕ ਸਰੂਪ ਨਹੀਂ ਮਿਲਦਾ। ਸੁਰਾਤਮਕ ਸਰੂਪ ਅਸੀਂ ਲੱਭਣਾ ਹੁੰਦਾ ਹੈ ਆਪਣੀ ਵਿਰਾਸਤ ਦੇ ਵਿੱਚੋਂ, ਸਾਡੇ ਕੀਰਤਨੀਆਂ ਨੇ ਕਿਵੇਂ ਗਾਇਆ, ਸਾਡੇ ਜਿਹੜੇ ਵੱਖ-ਵੱਖ ਗ੍ਰੰਥ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਸਰੂਪ ਮਿਲਦੇ ਨੇ, ਸਾਡੇ ਜਿਹੜੇ ਸਿੱਖ ਸਰੋਤਾਂ ਦੇ ਗ੍ਰੰਥ ਨੇ, ਭਾਰਤੀ ਸੰਗੀਤ ਵਿੱਚ ਤਾਂ ਸਾਨੂੰ ਉਹਨਾਂ ਰਾਗਾਂ ਦੇ ਸਰੂਪ ਮਿਲਦੇ ਹੀ ਨੇ। ਸੋ ਰਾਗ ਨਿਰਣਾਇਕ ਕਮੇਟੀ ਦੇ ਰੂਪ ਦੇ ਵਿੱਚ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਉਣ ਦੇ ਲਈ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਪੰਡਿਤ ਦਲੀਪ ਚੰਦਰ ਵੇਦੀ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਰਾਗਾਂ ਦੇ ਸਰੂਪ ਨਿਰਧਾਰਨ ਕਰਵਾਏ, ਔਰ ਉਹ ਸਰੂਪ ਨਿਰਧਾਰਨ ਜਦੋਂ ਹੋਏ ਤਾਂ ਉਸ ਵੇਲੇ ਵੀ ਬਹੁਤ ਸਾਰੇ ਕੀਰਤਨੀਆਂ ਨੇ ਉਹਨਾਂ ਦਾ ਗਾਇਨ ਕੀਤਾ, ਔਰ ਉਸ ਵੇਲੇ ਉੱਥੇ ਬੀਬੀ ਜਸਵੀਰ ਕੌਰ ਜੀ ਖਾਲਸਾ ਜਿਹੜੇ ਸੀ ਉਹ ਬਾਬਾ ਸੁੱਚਾ ਸਿੰਘ ਜੀ ਦੇ ਨਾਲ ਕਾਰਜ ਕਰਦੇ ਸੀ। ਉਹਨਾਂ ਨੇ ਖਾਸ ਤੌਰ ਤੇ ਇਹਨਾਂ ਰਾਗਾਂ ਨੂੰ ਕੰਪਾਈਲ ਕਰਵਾਇਆ, ਔਰ ਅੱਜ ਅਸੀਂ ਵੇਖਦੇ ਹਾਂ ਕਿ ਰਾਗ ਨਿਰਣਾਇਕ ਕਮੇਟੀ ਦੇ ਜਿਹੜੇ ਸਾਰੇ ਰਾਗ ਨੇ ਉਹ ਸਾਰੇ ਰਾਗ ਵਿਸ਼ਵ ਭਰ ਵਿੱਚ ਪ੍ਰਸਿੱਧ ਨੇ, ਔਰ ਹਰ ਕੋਈ ਉਹਨਾਂ ਦਾ ਗਾਇਨ ਕਰਦਾ। ਪਰ ਉਹਨਾਂ ਨੂੰ ਸਟੈਂਡਰਡਾਈਜ਼ ਕਰਨਾ, ਉਹਨਾਂ ਨੂੰ ਇੱਕ ਅਥੈਂਟਿਕ ਰੂਪ ਪ੍ਰਦਾਨ ਕਰਨ ਦੇ ਲਈ ਜ਼ਰੂਰੀ ਸੀ ਕਿ ਅਸੀਂ ਉਹਨਾਂ ਨੂੰ ਸੁਰਲਿਪੀਬੱਧ ਰੂਪ ਕਰਕੇ ਉਹਨਾਂ ਦਾ ਗਾਇਨ ਕਰੀਏ। ਸੋ ਉਸ ਪ੍ਰੋਜੈਕਟ ਨੂੰ 1999 ਦੇ ਵਿੱਚ 12 ਸਾਲ ਦੀ ਮਿਹਨਤ ਲਗਾ ਕੇ, ਔਰ ਮੈਂ ਇਸ ਗੱਲ ਦੇ ਵਿੱਚ ਫਿਰ ਥੋੜਾ ਜਿਹਾ ਜ਼ਰੂਰ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਕਿ ਮੇਰੇ ਵਾਈਫ ਡਾਕਟਰ ਅੰਮ੍ਰਿਤਪਾਲ ਕੌਰ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ, ਔਰ ਅਸੀਂ ਆਪਣੇ ਕੋਲੋਂ ਸਾਰੇ ਆਪਣੇ ਵਿੱਤੀ ਸਰੋਤ ਜਿਹੜੇ ਸੀ, ਸਾਰਾ ਸਰਮਾਇਆ ਸੀ ਆਪਣੇ ਕੋਲੋਂ ਲਗਾ ਕੇ ਸਟੂਡੀਓਜ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਸਜਿੰਦੇ ਇਕੱਠੇ ਕਰਕੇ ਉਸ ਦੀ ਰਿਕਾਰਡਿੰਗ ਕਰਵਾਈ, ਔਰ HMV ਕੰਪਨੀ ਨੇ ਉਸ ਨੂੰ ਫਿਰ ਰਿਲੀਜ਼ ਕੀਤਾ, ਔਰ ਸਿੱਖ ਮਿਊਜ਼ਿਕੋਲੋਜੀ ਦੇ ਰੂਪ ਦੇ ਵਿੱਚ ਉਸ ਨੂੰ ਅੰਗਰੇਜ਼ੀ, ਪੰਜਾਬੀ, ਹਿੰਦੀ ਵਿੱਚ ਸੁਰਲਿਪੀਬੱਧ ਕੀਤਾ, ਨੋਟੇਸ਼ਨ ਉਸ ਦੀ ਬਣਾਈ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹ ਸਾਰੇ ਪ੍ਰੋਜੈਕਟ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਕਰ ਦੇ ਰੂਪ ਦੇ ਵਿੱਚ ਪ੍ਰਕਾਸ਼ਿਤ ਕੀਤਾ। ਇਹ ਗੁਰੂ ਦਾ ਖਜ਼ਾਨਾ ਹੈ, ਔਰ 31 ਮੁੱਖ ਰਾਗ ਔਰ 31 ਰਾਗ ਪ੍ਰਕਾਰ ਪਹਿਲੀ ਵਾਰੀ ਇਤਿਹਾਸਕ ਤੌਰ ਤੇ ਗੁਰੂ ਨੇ ਆਪ ਕਿਰਪਾ ਕਰਕੇ ਦਾਸ ਕੋਲੋਂ ਉਹਨਾਂ ਦਾ ਗਾਇਨ ਕਰਵਾਇਆ, ਔਰ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਕੀਰਤਨੀਆਂ ਨੇ
31 ਰਾਗ ਤਾਂ ਗਾਏ, ਪਰ 31 ਰਾਗਾਂ ਦੇ ਵਿੱਚੋਂ 31 ਰਾਗ ਪ੍ਰਕਾਰ ਜਿਹੜੇ ਨੇ ਉਹਨਾਂ ਦਾ ਗਾਇਨ ਜਿਹੜਾ ਹੈ ਉਹ ਬਹੁਤ ਘੱਟ ਲੋਕਾਂ ਨੇ ਕੀਤਾ। ਉਸ ਤੋਂ ਬਾਅਦ ਯੂਕੇ ਤੋਂ ਤੁਹਾਡੇ ਪ੍ਰੋਫੈਸਰ ਸੁਰਿੰਦਰ ਸਿੰਘ ਜੀ ਨੇ ਵੀ ਇਹਨਾਂ 31 ਰਾਗਾਂ ਔਰ 31 ਰਾਗ ਪ੍ਰਕਾਰਾਂ ਦਾ ਜਿਹੜਾ ਗਾਇਨ ਹੈ ਪ੍ਰੋਜੈਕਟ ਕੀਤਾ। ਸਾਨੂੰ ਬੜੀ ਖੁਸ਼ੀ ਹੈ ਕਿ ਉਸ ਤੋਂ ਬਾਅਦ ਫਿਰ ਇੱਕ ਲੜੀ ਚੱਲ ਪਈ ਔਰ ਸਾਰੇ ਲੋਕ ਇਸ ਵੱਲ ਪ੍ਰੇਰਿਤ ਹੋਏ ਔਰ 31 ਮੁੱਖ ਰਾਗਾਂ ਔਰ 31 ਰਾਗ ਪ੍ਰਕਾਰਾਂ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਣ ਦੇ ਲਈ ਜਿੱਥੇ ਉਹ ਗਾਇਨ ਸਹਾਈ ਹੋਇਆ, ਉਸ ਦਾ ਪ੍ਰਮਾਣਿਕ ਰੂਪ ਸਹਾਈ ਹੋਇਆ, ਉੱਥੇ ਨਾਲ ਹੀ ਜਦੋਂ ਅਸੀਂ ਪਾਠਕ੍ਰਮ ਬਣਾਉਣੇ ਸੀ, ਸਿਲੇਬਸ ਬਣਾਉਣੇ ਸੀ ਅੰਡਰ ਗ੍ਰੈਜੂਏਟ ਪੱਧਰ ਉੱਤੇ, ਪੋਸਟ ਗ੍ਰੈਜੂਏਟ ਪੱਧਰ ਉੱਤੇ, ਤਾਂ ਫਿਰ ਉਹ ਜਿਹੜੇ ਰਾਗਾਂ ਦੇ ਸਰੂਪ ਨੇ ਉਹ ਸਹਾਈ ਹੋਏ। ਇੱਥੋਂ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ 1983 ਦੇ ਵਿੱਚ, ਇਹ ਬੜੀ ਪੁਰਾਣੀ ਗੱਲ ਹੈ ਕਿ 1983 ਦੇ ਵਿੱਚ ਮੈਨੂੰ ਸ਼ੌਕ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਰਾਗਾਂ ਦੇ ਜਿਹੜੇ ਸਰੂਪ ਨੇ ਉਹ ਭਾਰਤੀ ਸੰਗੀਤ ਵਿੱਚ ਕਿਸ ਤਰ੍ਹਾਂ ਮਿਲਦੇ ਨੇ, ਸਾਡੇ ਕੀਰਤਨੀਏ ਕਿਸ ਤਰ੍ਹਾਂ ਗਾਉਂਦੇ ਨੇ ਔਰ ਵੱਖ-ਵੱਖ ਸਰੋਤਾਂ ਤੋਂ ਉਹਨਾਂ ਦੇ ਸਰੂਪ ਕੀ ਨੇ, ਸੁਰਾਂ ਦੇ ਸਰੂਪ ਉਹ ਮੈਂ ਇਕੱਠੇ ਕਰਦਾ ਸੀ। ਤਾਂ ਮੈਂ ਪ੍ਰੋਫੈਸਰ ਤਾਰਾ ਸਿੰਘ ਜੀ ਨੂੰ ਆਪਣੀ ਇੱਛਾ ਜ਼ਾਹਰ ਕੀਤੀ ਕਿ ਮੈਂ ਇਸ ਨੂੰ ਕੰਪਾਈਲ ਕਰਨਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਜ਼ਰੂਰ ਕਰੋ ਔਰ ਉਹਨਾਂ ਨੇ ਆਪ ਭੂਮਿਕਾ ਲਿਖ ਕੇ ਆਦਿ ਗ੍ਰੰਥ ਰਾਗ ਕੋਸ਼ ਇੱਕ ਜਿਹੜਾ ਹੈ ਉਹ ਪ੍ਰਕਾਸ਼ਿਤ ਗੁਰੂ ਦੀ ਕਿਰਪਾ ਨਾਲ ਮੈਂ ਕਰਵਾਇਆ 1983 ਦੇ ਵਿੱਚ, ਜਿਹਦੇ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਸੀ ਔਰ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਕਾਰ ਸੀ, ਤਾਂ ਕਿ ਪਤਾ ਲੱਗ ਸਕੇ ਕਿ ਉਹ ਸਾਨੂੰ ਕਿੱਥੋਂ ਕਿੱਥੋਂ ਉਹਨਾਂ ਦੇ ਸਰੂਪ ਮਿਲਦੇ ਨੇ। ਇਸ ਤਰ੍ਹਾਂ 1983 ਵਿੱਚ, 1990, ਫਿਰ 1992 ਵਿੱਚ ਜਦੋਂ ਸੰਤ ਬਾਬਾ ਸੁੱਚਾ ਸਿੰਘ ਆਉਂਦੇ ਨੇ ਔਰ ਫਿਰ ਅਸੀਂ 2093 ਦੇ ਵਿੱਚ 1993 ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਾਗਾਤਮਕ ਤੌਰ ਤੇ ਗੁਰਮਤਿ ਸੰਗੀਤ ਦਾ ਵਿਸ਼ਾ ਲਾਗੂ ਕਰਦੇ ਹਾਂ, 2003 ਦੇ ਵਿੱਚ ਜਦੋਂ ਅਸੀਂ ਵਿਭਾਗ ਸਥਾਪਿਤ ਕਰਦੇ ਹਾਂ ਤਾਂ ਗੁਰਮਤਿ ਸੰਗੀਤ ਦਾ ਵਿਸ਼ਾ ਲਾਗੂ ਕਰਦੇ ਹਾਂ, ਤਾਂ ਗੁਰੂ ਘਰ ਦੀ ਰਾਗਾਤਮਕ ਪਰੰਪਰਾ ਜਿਹੜੀ ਹੈ ਉਹਨੂੰ ਅਸੀਂ ਪਾਠਕ੍ਰਮਾਂ ਵਿੱਚ, ਸਿਲੇਬਸਾਂ ਦੇ ਵਿੱਚ ਹਿੱਸਾ ਬਣਾ ਕੇ ਗੁਰੂ ਦੇ ਸ਼ਬਦ ਨੂੰ ਕਿਵੇਂ ਰਾਗ ਰਾਹੀਂ ਅਸੀਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਸੌਂਪਣਾ, ਇਹ ਕਾਰਜ ਕਰਨ ਵਿੱਚ ਸਫਲ ਹੁੰਦੇ ਆ। ਔਰ ਇਸ ਗੱਲ ਦੇ ਲਈ ਮੈਂ ਸੰਗਤਾਂ ਨੂੰ ਇਸ ਮਾਧਿਅਮ ਰਾਹੀਂ, ਤੁਹਾਡੇ ਟੀਵੀ ਰਾਹੀਂ ਇਹ ਵੀ ਗੱਲ ਕਰਨਾ ਚਾਹਾਂਗਾ ਕਿ ਕੀਰਤਨ ਬਿਲਕੁਲ ਜਿਵੇਂ ਤੁਸੀਂ ਕਿਹਾ ਸੀ ਕਿ ਕੀਰਤਨ ਸਾਰੇ ਹੀ ਕਰਦੇ ਨੇ, ਪਰ ਅਗਰ ਜਿੰਨਾ ਅਸੀਂ ਗੁਰੂ ਦੇ ਸੁਨੇਹੇ ਦੇ ਨੇੜੇ ਹੋਣਾ ਚਾਹੁੰਦੇ ਆ, ਤਾਂ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਵਿਧੀ ਪ੍ਰਦਾਨ ਕੀਤੀ ਹੈ, ਜੋ ਗੁਰੂ ਨੇ ਸਾਨੂੰ ਪਰੰਪਰਾ ਪ੍ਰਦਾਨ ਕੀਤੀ ਹੈ ਰਾਗਾਤਮਕ, ਅਗਰ ਉਸੇ ਵਿੱਚ ਅਸੀਂ ਗਾਇਨ ਕਰਾਂਗੇ ਤਾਂ ਅਸੀਂ ਗੁਰੂ ਦੇ ਸੁਨੇਹੇ ਦੇ, ਗੁਰੂ ਦੇ ਸੰਦੇਸ਼ ਦੇ ਹੋਰ ਜ਼ਿਆਦਾ ਨੇੜੇ ਹੋਵਾਂਗੇ ਔਰ ਵੱਡੇ ਭਾਗਾਂ ਵਾਲੇ ਹੋਵਾਂਗੇ ਕਿ ਅਸੀਂ ਗੁਰੂ ਦੀਆਂ ਮੈਲੋਡੀਜ਼ ਦੇ ਵਿੱਚ ਗੁਰੂ ਦੇ ਸੰਗੀਤ ਦਾ ਗਾਇਨ ਕਰ ਰਹੇ ਹਾਂ। ਆਪ ਕੀਰਤਨ ਦੀ ਗੱਲ ਕਰਦੇ ਆ, ਜੋ ਵੀ ਕੀਰਤਨ ਕਰਦੇ ਨੇ ਹਰ ਇੱਕ ਦੀ ਇੱਕ ਭਾਵਨਾ ਹੁੰਦੀ, ਹਰ ਇੱਕ ਦੀ ਕਦੀ ਸਮਾਂ ਬਣੇ, ਕਦੀ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਦੀ ਹਜ਼ੂਰੀ ਰਾਗੀ ਦੀ ਗੱਲ ਕਰਦੇ ਨੇ, ਕਿੰਨੇ ਉੱਚੇ ਭਾਗ ਨੇ ਉਹ ਗੁਰੂ ਘਰ ਦੇ ਸੇਵਾਦਾਰਾਂ ਦੇ, ਗੁਰੂ ਘਰ ਦੇ ਕੀਰਤਨ, ਜਿਨ੍ਹਾਂ ਨੂੰ ਗੁਰੂ ਰਾਮਦਾਸ ਦੇ ਦਰ ਤੇ ਬੈਠ ਕੇ ਕੀਰਤਨ ਕਰਨ ਦਾ ਮਹਾਰਾਜ ਸੁਭਾਗ ਸਮਾਂ ਬਖਸ਼ਦੇ ਨੇ। ਆਪ ਜੀ ਨੇ ਜੀਵਨ ਯਾਤਰਾ ਵਿੱਚ ਵੱਖ-ਵੱਖ ਮਾਲਕ ਨੇ ਕਿਰਪਾ ਕੀਤੀ ਥਾਵਾਂ ਤੇ, ਵੱਖ-ਵੱਖ ਸਥਾਨਾਂ ਤੇ, ਪੁੱਤਰ ਸਥਾਨਾਂ ਤੇ ਹਾਜ਼ਰੀਆਂ ਲਾਈਆਂ। ਉਹ ਵੀ ਥੋੜਾ ਜਿਹਾ, ਕਿਉਂਕਿ ਜਿਸ ਤਰ੍ਹਾਂ ਇਸ ਪ੍ਰੋਗਰਾਮ ਵਿੱਚ ਬਹੁਤ ਗੁਰਮੁਖ ਪਿਆਰੇ ਆਉਂਦੇ ਨੇ ਤੇ ਉਹ ਇੱਕ ਬੜਾ ਟੱਚਿੰਗ ਸੰਗਤਾਂ ਨੂੰ, ਕਿਉਂਕਿ ਆਪਾਂ ਸਰਵਣ ਕਰ ਲੈਂਦੇ ਟੀਵੀ ਤੇ ਜੀ ਫਲਾਣੇ ਹਜ਼ੂਰੀ ਰਾਗੀ, ਉਹਨਾਂ ਦੀ ਮਨ ਦੀ ਭਾਵਨਾ ਨਹੀਂ ਆਪਾਂ ਨੂੰ ਪਤਾ ਲੱਗਦੀ, ਜਿੰਨਾ ਚਿਰ ਆਪਾਂ ਗੱਲ ਨਹੀਂ ਕਰ ਸਕਦੇ ਜਾਂ ਇਸ ਤਰ੍ਹਾਂ ਮੁਲਾਕਾਤ ਵਿੱਚ ਪੁੱਛ ਨਹੀਂ ਸਕਦੇ ਕਿ ਆਪ ਜੀ ਦੇ ਉੱਤੇ ਕਿਸ ਤਰ੍ਹਾਂ ਬੀਤੀ, ਆਪ ਜੀ ਨੇ ਕੀ ਮਹਿਸੂਸ ਕੀਤਾ, ਇੱਕ ਸਿੱਖ ਹੋਣ ਦੇ ਨਾਤੇ, ਇੱਕ ਸੇਵਾਦਾਰ ਹੋਣ ਦੇ ਨਾਤੇ ਆਪ ਜੀ ਸੰਗਤਾਂ ਉਸ ਵੇਲੇ ਸਾਂਝ ਪਾਉਂਦੇ। ਹਾਂ, ਗੁਰੂ ਘਰ ਦੀ ਕੀਰਤਨ ਪਰੰਪਰਾ ਨਾਲ ਬਚਪਨ ਤੋਂ ਹੀ ਜੁੜੇ ਹੋਏ ਸੀ ਔਰ ਫਤਿਹਗੜ੍ਹ ਸਾਹਿਬ ਦੇ ਵਿੱਚ ਆਪਣੇ ਪਿਤਾ ਜੀ ਨਾਲ ਕੀਰਤਨ ਸੇਵਾ ਪ੍ਰਾਰੰਭ ਕਰਦਿਆਂ ਜੀਵਨ ਦਾ ਪ੍ਰਾਰੰਭ ਹੋਇਆ, ਜੀਵਨ ਯਾਤਰਾ ਦਾ ਪ੍ਰਾਰੰਭ ਹੋਇਆ ਸੀ। ਇਸ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਕਰਨ ਦੇ ਬਹੁਤ ਸਾਰੇ ਜਿਹੜੇ ਬਲੈਸਡ ਜਿਹੜੇ ਸਮੇਂ ਨੇ ਉਹ ਪ੍ਰਾਪਤ ਹੋਏ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਕਈ ਥਾਵਾਂ ਦੇ ਉੱਤੇ ਕੀਰਤਨ, ਕਿਉਂਕਿ ਸਾਰੇ ਹੀ ਹੁਣ ਤੱਕ ਜਿੰਨੇ ਵੀ ਵੱਡੇ ਵੱਡੇ ਕੀਰਤਨ ਦਰਬਾਰ ਨੇ ਔਰ ਦੇਸ਼ ਵਿਦੇਸ਼ ਦੇ ਵਿੱਚ ਸ਼ਾਇਦ ਹੀ ਕੋਈ ਐਸਾ ਸਥਾਨ ਹੋਵੇ ਜਿੱਥੇ ਕੀਰਤਨ ਕਰਨ ਦਾ ਸੁਭਾਗ ਨਾ ਮਿਲਿਆ ਹੋਵੇ। ਸਾਰੇ ਤਖਤ ਸਾਹਿਬਾਨ ਤੇ ਕੀਰਤਨ ਕਰਨ ਦਾ ਸੁਭਾਗ ਮਿਲਿਆ, ਸ਼ਤਾਬਦੀਆਂ ਦੇ ਵਿੱਚ ਰਾਗ ਦਰਬਾਰਾਂ ਵਿੱਚ ਕੀਰਤਨ ਕਰਨ ਦਾ ਸੁਭਾਗ ਮਿਲਿਆ। ਪਰ ਜੋ ਗੁਰੂ ਰਾਮਦਾਸ ਪਾਤਸ਼ਾਹ ਔਰ ਗੁਰੂ ਹਰਿਮੰਦਰ ਸਾਹਿਬ ਜੋ ਕੀਰਤਨ ਕਰਨ ਦਾ ਆਨੰਦ ਹੈ, ਹਰ ਗੁਰਸਿੱਖ, ਹਰ ਕੀਰਤਨੀਏ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਉੱਥੇ ਕੀਰਤਨ ਕੀਤਾ ਜਾਵੇ ਜਿਸ ਸਥਾਨ ਦੇ ਉੱਤੇ ਬੈਠ ਕੇ ਕਿਤੇ ਗੁਰੂ ਅਰਜਨ ਪਾਤਸ਼ਾਹ ਔਰ ਭਾਈ ਸੱਤਾ ਬਲਵੰਡ ਹੋਰਾਂ ਨੇ ਕੀਰਤਨ ਕੀਤਾ ਹੋਏ। ਸੋ ਉਸ ਸਥਾਨ ਤੇ ਕੀਰਤਨ ਕਰਕੇ ਜੋ ਵਿਸਮਾਦੀ ਔਰ ਜੋ ਰੂਹਾਨੀ ਤ੍ਰਿਪਤੀ, ਜੋ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਸ ਦਾ ਕੋਈ ਉਸ ਦਾ
ਉਸ ਦਾ ਕੋਈ ਬਦਲ ਨਹੀਂ ਹੈ, ਔਰ ਉਸ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਵੀ ਬੜਾ ਕਠਿਨ ਹੈ। ਔਰ ਤਖ਼ਤ ਸ੍ਰੀ ਅਨੰਦਪੁਰ ਸਾਹਿਬ ਜਦੋਂ ਕੀਰਤਨ ਕਰਦੇ ਆ ਤੇ ਉੱਥੇ ਕੀਰਤਨ ਕਰਦਿਆਂ ਮਨ ਵਿੱਚ ਆਉਂਦਾ ਹੈ ਕਿ ਕਦੇ ਇੱਥੇ ਦਸਮ ਪਾਤਸ਼ਾਹ ਬੈਠੇ ਹੋਣਗੇ। ਔਰ ਇਸ ਜਿੰਨੇ ਵੀ ਸਾਡੇ ਗੁਰੂ ਸਥਾਨ ਨੇ, ਅਗਰ ਅਸੀਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹਾਜ਼ਰ ਹੀ ਨੇ, ਉਹ ਤੇ ਸदैव ਜ਼ਾਹਰਾ ਜ਼ਹੂਰ ਨੇ, ਹਾਜ਼ਰਾ ਹਜ਼ੂਰ ਨੇ, ਪਰ ਉਹਦੇ ਨਾਲ ਨਾਲ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਉਹ ਵੀ ਹਮੇਸ਼ਾ ਸਾਡੇ ਅੰਗ ਸੰਗ ਨੇ। ਅਗਰ ਉਹਨਾਂ ਨੂੰ ਅਸੀਂ ਹਾਜ਼ਰ ਨਾਜ਼ਰ ਜਾਣ ਕੇ ਅਸੀਂ ਕੀਰਤਨ ਕਰਦੇ ਹਾਂ ਔਰ ਸ਼ਬਦ ਗੁਰੂ ਦੇ ਆਪ ਦੀਦਾਰ ਕਰਦੇ ਹਾਂ ਔਰ ਦੂਸਰਿਆਂ ਨੂੰ ਸ਼ਬਦ ਗੁਰੂ ਦੇ ਦੀਦਾਰ ਕਰਾਉਂਦੇ ਹਾਂ ਔਰ ਕੀਰਤਨ ਨੂੰ ਮਨ ਵਿੱਚ ਵਸਾ ਕੇ, ਔਰ ਰਾਗਾਤਮਕ ਕੀਰਤਨ ਅਸੀਂ ਇਸ ਕਰਕੇ ਕਰਦੇ ਹਾਂ ਕਿ ਰਾਗਾਤਮਕ ਕੀਰਤਨ ਕਰਦੇ ਹਾਂ ਸਾਡਾ ਮਨ ਜਿਹੜਾ ਹੈ ਕਿਸੇ ਫਿਲਮੀ ਧੁਨ ਵੱਲ, ਕਿਸੇ ਗੀਤ ਵੱਲ, ਕਿਸੇ ਹੋਰ ਜਿਹੜਾ ਸੰਗੀਤ ਹੈ ਉਸ ਵੱਲ ਨਹੀਂ ਜਾਂਦਾ। ਗੁਰੂ ਦੇ ਸੰਗੀਤ ਵਿੱਚ ਅਸੀਂ ਜੁੜ ਜਾਂਦੇ ਹਾਂ ਤੇ ਗੁਰੂ ਦਾ ਸੰਗੀਤ ਹੋਵੇ, ਗੁਰੂ ਦਾ ਸ਼ਬਦ ਹੋਵੇ, ਗੁਰੂ ਦੇ ਸਾਜ਼ ਹੋਣ, ਗੁਰੂ ਦੀ ਕੀਰਤਨ ਚੌਕੀ ਹੋਵੇ, ਗੁਰੂ ਦੀ ਹਾਜ਼ਰੀ ਹਜ਼ੂਰੀ ਹੋਵੇ, ਔਰ ਫਿਰ ਉਸ ਦਾ ਜੋ ਆਨੰਦ ਹੈ ਉਸ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਬਹੁਤ ਕਠਿਨ ਹੈ। ਮੇਰੇ ਸਾਹਮਣੇ ਇੱਕ ਹੋਰ ਮੈਨੂੰ ਅੱਜ ਯਾਦ ਆ ਰਿਹਾ ਕਿ ਜਦੋਂ 1900 ਇਹ ਗੱਲ ਹੈਗੀ ਹੈ 1985 ਦੀ, ਤਾਂ ਉਸ ਵੇਲੇ ਰਾਗਾਤਮਕ ਕੀਰਤਨ ਦਾ ਬਹੁਤ ਜ਼ਿਆਦਾ ਪ੍ਰਚਾਰ ਨਹੀਂ ਸੀ, ਪਰ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਉੱਪਰ ਰਾਗ ਦਰਬਾਰ ਹੋਇਆ ਕਰਦਾ ਸੀ। ਅੱਛਾ ਜੀ। ਕੀਰਤਨੀਏ ਜਿਹੜੇ ਸੀ ਰਾਗ ਵਿੱਚ ਬਹੁਤ ਘੱਟ ਕੀਰਤਨ ਕਰਦੇ ਸੀ ਤੇ ਬਸ ਤਾਰਾ ਸਿੰਘ ਜੀ ਦਾਸ ਨੂੰ, ਮੈਨੂੰ ਔਰ ਮੇਰੇ ਵੱਡੇ ਵੀਰ ਜੀ ਡਾਕਟਰ ਬਚਿੱਤਰ ਸਿੰਘ ਜੀ ਨੂੰ ਔਰ ਡਾਕਟਰ ਜਬਰਜੰਗ ਸਿੰਘ ਜੀ ਨੂੰ ਸਾਨੂੰ ਲੈ ਕੇ ਉੱਥੇ ਹਾਜ਼ਰੀ ਲਵਾਉਣ ਲਈ ਗਏ ਕਿ ਅਸੀਂ ਵੀ ਕੀਰਤਨ ਕਰੀਏ। ਉਹਨਾਂ ਨੇ ਖੁਦ ਸਾਹਿਬ ਨੇ ਸਾਡੇ ਨਾਲ ਦਿਲਬਾ ਵਾਦਨ ਕੀਤਾ। ਤਾਂ ਉਸ ਸਮੇਂ ਅਸੀਂ ਪਹਿਲੀ ਵਾਰੀ ਪੜਤਾਲ ਗਾਇਨ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਦੀ, ਮਨ ਜਾਪੋ ਰਾਮ ਗੋਪਾਲ, ਬਹੁਤ ਘੱਟ ਪ੍ਰਚਾਰ ਵਿੱਚ ਸੀ ਇਹ। ਔਰ ਉਸ ਤੋਂ ਬਾਅਦ ਰੇਡੀਓ ਸਟੇਸ਼ਨ ਦੇ ਉੱਤੇ ਸਾਡੀ ਕੀਰਤਨ ਕਰਨ ਦੇ ਲਈ, ਰਾਗਾਤਮਕ ਕੀਰਤਨ ਕਰਨ ਦੇ ਲਈ ਸਿਲੈਕਸ਼ਨ ਹੋਈ ਔਰ ਬਹੁਤ ਸਾਰੀਆਂ ਰਿਕਾਰਡਿੰਗਸ, ਫਿਰ ਰਿਕਾਰਡਿੰਗਸ ਦਾ ਸਿਲਸਿਲਾ ਚੱਲਿਆ ਔਰ ਗੁਰਮਤਿ ਸੰਗੀਤ ਦੇ ਰਾਗਾਤਮਕ ਕੀਰਤਨ ਦਾ ਜਿਹੜਾ ਪ੍ਰਵਾਹ ਹੈ ਉਹ ਉਸ ਦੀ ਸ਼ੁਰੂਆਤ ਇੱਕ ਕਿਸਮ ਦੀ ਹੋਈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਸ ਪਾਸੇ ਨੂੰ ਧਿਆਨ ਹੋਇਆ। ਸੋ ਕੀਰਤਨ ਜਿੱਥੇ ਜਿੱਥੇ ਵੀ ਜਾ ਕੇ ਅਸੀਂ ਕੀਰਤਨ ਕੇਵਲ ਕੀਰਤਨ ਨੂੰ ਅਕਾਦਮਿਕ ਤੌਰ ਤੇ ਇਸ ਦਾ ਪ੍ਰਚਾਰ ਕਰਨਾ, ਵਿਸ਼ੇ ਵਜੋਂ ਪ੍ਰਚਾਰ ਕਰਨਾ, ਉਹ ਤੇ ਨਸੀਬ ਹੋਇਆ ਹੀ, ਪਰ ਜਦੋਂ ਅਸੀਂ ਜਾ ਕੇ ਖੁਦ ਪਰਫਾਰਮ ਕਰਦੇ ਹਾਂ, ਗੁਰੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਕੀਰਤਨ ਕਰਦੇ ਹਾਂ, ਉਸ ਦਾ ਜੋ ਆਨੰਦ ਔਰ ਉਸ ਰਾਹੀਂ ਵੱਡਾ ਸੁਨੇਹਾ ਜਿਹੜਾ ਹੈ ਗੁਰੂ ਘਰ ਦੇ ਗੁਰੂ ਦੀਆਂ ਸੰਗਤਾਂ ਤੱਕ ਜਾਂਦਾ ਹੈ। ਆਮ ਕਰਕੇ ਇਹ ਕਿਹਾ ਜਾਂਦਾ ਹੈ ਕਿ ਜੀ ਰਾਗਾਂ ਵਿੱਚ ਕੀਰਤਨ ਜਿਹੜੀ ਹੈ ਸੰਗਤਾਂ ਉਹ ਸੁਣਦੀਆਂ ਨਹੀਂ ਆਮ ਕਰਕੇ, ਔਰ ਜਦੋਂ ਵੀ ਕਿਤੇ ਕਿਹਾ ਜਾਵੇ ਕਿ ਜੀ ਉਹ ਕੀਰਤਨੀਏ ਆਏ ਨੇ ਔਰ ਰਾਗਾਂ ਵਿੱਚ ਕੀਰਤਨ ਕਰਦੇ ਨੇ, ਤਾਂ ਕੁਝ ਪ੍ਰਬੰਧਕ ਤੇ ਕੁਝ ਲੋਕ ਇਹ ਕਹਿੰਦੇ ਨੇ ਅੱਛਾ ਜੀ, ਫਿਰ ਸੰਗਤਾਂ ਤਾਂ ਦੂਸਰਾ ਕੀਰਤਨ ਸੁਣਦੀਆਂ ਨੇ। ਇਹ ਦੂਸਰਾ ਕੀਰਤਨ ਮੈਨੂੰ ਤਾਂ ਕਦੇ ਸਮਝ ਨਹੀਂ ਆਇਆ, ਕਿਉਂਕਿ ਅਸੀਂ ਤਾਂ ਗੁਰੂ ਦਾ ਕੀਰਤਨ ਕਰਨਾ, ਰਾਗਾਂ ਵਿੱਚ ਕੀਰਤਨ ਨਹੀਂ। ਰਾਗਾਂ ਵਿੱਚ ਠੀਕ ਹੈ, ਨਿਰਧਾਰਤ ਰਾਗਾਂ ਵਿੱਚ ਅਸੀਂ ਕੀਰਤਨ ਕਰਦੇ ਹਾਂ, ਪਰ ਅਸੀਂ ਗੁਰੂ ਦੇ ਸੰਗੀਤ ਵਿੱਚ ਕੀਰਤਨ ਕਰਦੇ ਹਾਂ ਔਰ ਗੁਰੂ ਦੇ ਸੰਗੀਤ ਵਿੱਚ ਰਾਗ ਉਸ ਦਾ ਇੱਕ ਪੱਖ ਹੈ। ਉਸ ਤੋਂ ਬਿਨਾਂ ਗੁਰੂ ਸਾਹਿਬ ਨੇ ਸਾਨੂੰ ਗਾਇਨ ਦੀ ਸ਼ੈਲੀ ਵੀ ਦਿੱਤੀ ਹੈ, ਗਾਇਨ ਦੀਆਂ ਸ਼ੈਲੀਆਂ, ਵੱਖ-ਵੱਖ ਕੀਰਤਨ ਦੀਆਂ ਸ਼ੈਲੀਆਂ ਵੀ ਸਾਨੂੰ ਪ੍ਰਦਾਨ ਕੀਤੀਆਂ ਨੇ। ਔਰ ਗੁਰੂ ਸਾਹਿਬ ਨੇ ਤਾਂ ਕੇਵਲ, ਤੁਸੀਂ ਪਹਿਲਾਂ ਗੱਲ ਕਰ ਰਹੇ ਸੀ, ਰਾਗ ਦੀ ਗੱਲ ਕਰ ਰਹੇ ਸੀ, ਤਾਂ ਰਾਗ ਹੀ ਨਹੀਂ ਦਿੱਤਾ ਗੁਰੂ ਸਾਹਿਬ ਨੇ, ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਿੱਥੇ 31 ਰਾਗਾਂ ਵਿੱਚ ਵਿਭਾਜਿਤ ਕੀਤਾ, ਵੰਡਿਆ, ਉੱਥੇ ਨਾਲ ਹੀ ਉਹਨਾਂ ਨੇ ਸਭ ਤੋਂ ਪਹਿਲਾਂ ਉੱਪਰ ਲਿਖ ਦਿੱਤਾ ਰਾਗ ਧਨਾਸਰੀ, ਫਿਰ ਉਸ ਤੋਂ ਬਾਅਦ ਉਹਦੀ ਗਾਇਨ ਸ਼ੈਲੀ ਜਿਹੜੀ ਅਸ਼ਟਪਦੀ ਹੈ, ਚੌਪਦੇ ਨੇ, ਅਲਾਉਣੀਆਂ ਨੇ, ਘੋੜੀਆਂ ਨੇ, ਇਹ ਸਾਰੀਆਂ ਸਾਡੇ ਗਾਇਨ ਦੀਆਂ ਸ਼ੈਲੀਆਂ ਨੇ। ਅਸ਼ਟਪਦੀ, ਚੌਪਦੇ ਇਹ ਸ਼ਾਸਤਰੀ ਸੰਗੀਤ, ਕਲਾਸੀਕਲ ਮਿਊਜ਼ਿਕ ਦੀਆਂ ਗਾਇਨ ਸ਼ੈਲੀਆਂ ਨੇ। ਪੜਤਾਲ ਜਿਹੜੀ ਹੈ ਇਹ ਸ਼ਾਸਤਰੀ ਅੰਗ ਤੋਂ ਅਸੀਂ ਕਲਾਸੀਕਲ ਮਿਊਜ਼ਿਕ ਦੇ ਅੰਦਾਜ਼ ਤੋਂ ਇਸ ਦਾ ਗਾਇਨ ਕਰਨਾ ਹੈ। ਅਲਾਉਣੀਆਂ ਨੇ, ਵਾਰ ਹੈ, ਛੰਤ ਨੇ, ਘੋੜੀਆਂ ਨੇ, ਇਹ ਸਾਰੀਆਂ ਸਾਡੀਆਂ ਲੋਕ ਸੰਗੀਤ ਦੀਆਂ ਸ਼ੈਲੀਆਂ ਨੇ ਜੋ ਗੁਰੂ ਸਾਹਿਬ ਨੇ ਸਾਨੂੰ ਪ੍ਰਦਾਨ ਕੀਤੀਆਂ ਨੇ ਔਰ ਅਸੀਂ ਇਹਨਾਂ ਦਾ ਗਾਇਨ ਅਸੀਂ ਉਸ ਅੰਦਾਜ਼ ਤੋਂ ਕਰਨਾ ਹੈ ਔਰ ਇੱਕ ਬੜਾ ਵੱਡਾ ਖਜ਼ਾਨਾ ਦਿੱਤਾ ਹੈ। ਔਰ ਫਿਰ ਤੁਸੀਂ ਵੇਖਦੇ ਹੋਵੋਗੇ ਗੁਰੂ ਸਾਹਿਬ ਨੇ ਵੱਖ-ਵੱਖ ਅੰਕ ਲਗਾ ਕੇ ਸਾਨੂੰ ਦੱਸ ਦਿੱਤਾ ਕਿ ਇਸ ਸ਼ਬਦ ਨੂੰ ਤੁਸੀਂ ਇਸ ਦੇ ਇੰਨੇ ਅੰਤਰੇ ਬਣਾਓ, ਇਸ ਦਾ ਜਿਹੜਾ ਆਰੰਭ ਹੈ ਸਥਾਈ ਦੇ ਰੂਪ ਵਿੱਚ ਕਰਨਾ ਹੈ, ਤਾਂ ਉਸ ਲਈ ਲਿਖ ਦਿੱਤਾ ਰਹਾਓ, ਥਾਂ ਤੇ ਰਹਾਓ ਦਾ ਸੰਕੇਤ ਮਿਲਦਾ ਹੈ। ਔਰ ਰਹਾਓ ਦੇ ਵਿੱਚ ਕੀ ਹੋਇਆ ਕਰਦਾ ਹੈ, ਸੈਂਟਰਲ ਆਈਡੀਆ, ਕੇਂਦਰੀ ਭਾਵ ਹੁੰਦਾ, ਉਸ ਨੂੰ ਸਥਾਈ ਬਣਾਉਣਾ ਹੁੰਦਾ ਹੈ।
ਔਰ ਅੰਕਾਂ ਦੇ ਮੁਤਾਬਕ ਅਸੀਂ ਸ਼ਬਦ ਦਾ ਵਿਭਾਜਨ ਕਰਨਾ। ਅਸੀਂ ਵੇਖਦੇ ਹਾਂ ਕਿ ਪ੍ਰਚਾਰ ਚੱਲ ਪਿਆ, ਕੀਰਤਨ ਬਹੁਤ ਹੋ ਰਿਹਾ ਔਰ ਕੀਰਤਨੀਏ ਕਰ ਵੀ ਰਹੇ ਨੇ। ਅਸੀਂ ਕਿਸੇ ਵੀ ਤੁਕ ਨੂੰ ਬਣਾ ਲੈਂਦੇ ਹਾਂ, ਸਥਾਈ ਬਣਾ ਲੈਂਦੇ ਹਾਂ, ਪਰ ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਹੈ ਕਿ ਰਹਾਉ ਦੀ ਤੁਕ ਨੂੰ ਸਥਾਈ ਬਣਾ ਕੇ ਤੁਸੀਂ ਇਸ ਵਿੱਚ ਕੀਰਤਨ ਕਰੋ ਔਰ ਉਸ ਦੀ ਨਿਰਧਾਰਿਤ ਗਾਇਨ ਸ਼ੈਲੀ ਵਿੱਚ ਕੀਰਤਨ ਕਰੋ, ਨਿਰਧਾਰਿਤ ਰਾਗ ਵਿੱਚ ਕੀਰਤਨ ਕਰੋ, ਤਾਂ ਉਸ ਕੰਪੋਜੀਸ਼ਨ ਨੂੰ, ਉਸ ਸ਼ਬਦ ਕੀਰਤਨ ਰਚਨਾ ਨੂੰ ਅਸੀਂ ਗੁਰੂ ਦੇ ਸੰਗੀਤ ਵਿੱਚ ਗਾਇਨ ਕਰ ਸਕਾਂਗੇ। ਸੋ ਕੀਰਤਨ ਦਾ ਇੱਕ ਬੜਾ ਸਥਾਪਿਤ, ਮਰਿਆਦਿਤ, ਨਿਰਾਲਾ ਰੂਪ ਗੁਰੂ ਸਾਹਿਬ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇ ਰਹੇ ਨੇ। ਔਰ ਫਿਰ ਇਸ ਸਾਰੇ ਕੁਝ ਨੂੰ ਸਥਾਪਿਤ ਕਰਨ ਲਈ ਤੁਸੀਂ ਗੱਲ ਕੀਤੀ ਸੀ ਕਿ ਤੁਹਾਨੂੰ ਕਿਵੇਂ, ਕਿੱਥੇ ਆਨੰਦ ਆਇਆ ਕੀਰਤਨ ਕਰਨ ਦਾ। ਸੋ ਦਰਬਾਰ ਸਾਹਿਬ ਦੀ ਅਗਰ ਗੱਲ ਕਰੀ ਤਾਂ ਦਰਬਾਰ ਸਾਹਿਬ ਦੀ ਸਾਰੀ ਕੀਰਤਨ ਪਰੰਪਰਾ ਗੁਰੂ ਸਾਹਿਬ ਨੇ ਆਪ ਸਥਾਪਿਤ ਕੀਤੀ ਹੈ। ਹੁਣ ਅਸੀਂ ਉਸ ਨੂੰ ਭੁੱਲਦੇ ਜਾ ਰਹੇ ਹਾਂ। ਅਗਰ 3 ਪਹਿਰੇ ਦੀ ਚੌਕੀ ਸੀ, ਆਸਾ ਦੀ ਵਾਰ ਦੀ ਚੌਕੀ ਹੈ, ਬਿਲਾਵਲ ਦੀ ਚੌਕੀ ਹੈ, ਫਿਰ ਉਸ ਤੋਂ ਬਾਅਦ ਸਾਰੰਗ ਦੀ ਚੌਕੀ ਹੈ, ਫਿਰ ਉਸ ਤੋਂ ਬਾਅਦ ਸੋਦਰ ਦੀ ਚੌਕੀ ਹੈ, ਕਾਂਡੇ ਕਲਿਆਣ ਦੀ ਚੌਕੀ ਹੈ, ਆਰਤੀ ਦੀ ਚੌਕੀ ਹੈ। ਇਹ ਸਾਰੀਆਂ ਕੀਰਤਨ ਚੌਕੀਆਂ ਗੁਰੂ ਕਾਲ ਤੋਂ ਸਥਾਪਿਤ ਹੋਈਆਂ ਨੇ। ਔਰ ਕਰਤਾਰਪੁਰ ਸਾਹਿਬ 550 ਸਾਲ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਮਨਾਇਆ ਔਰ ਕਰਤਾਰਪੁਰ ਸਾਹਿਬ ਦੇ ਸਾਨੂੰ ਖੁੱਲੇ ਦਰਸ਼ਨ ਦੇ ਦਾਰੇ ਪ੍ਰਾਪਤ ਹੋਏ ਨੇ। ਉਸ ਸਥਾਨ ਤੋਂ ਸੱਚੇ ਪਾਤਸ਼ਾਹ ਨੇ ਆਪ ਸੋਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪੋ ਚਾਰ ਆਏ, 2 ਕੀਰਤਨ ਚੌਕੀਆਂ ਉੱਥੋਂ ਪ੍ਰਾਰੰਭ ਕਰਵਾਈਆਂ। ਔਰ ਆਸਾ ਦੀ ਵਾਰ ਦੀ ਜਿਹੜੀ ਕੀਰਤਨ ਚੌਕੀ ਹੈ, ਗੁਰੂ ਅੰਗਦ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਨਮੁਖ ਉਸ ਦੀ ਰੀਤ ਆਪ ਚਲਵਾਈ। ਇਹ ਸਾਰੀ ਇੱਕ ਬੜੀ ਵੱਡੀ ਪਰੰਪਰਾ ਗੁਰੂ ਸਾਹਿਬ ਸਾਨੂੰ ਕੀਰਤਨ ਦੀ ਦੇ ਰਹੇ ਨੇ। ਇਹ ਨਹੀਂ ਕਿ ਕੀਰਤਨ ਸਾਜ਼ ਚੱਕੋ ਔਰ ਕਰ ਦਿਓ, ਉਹਦੇ ਲਈ ਇੱਕ ਬੜਾ ਵੱਡਾ ਜਿਹੜਾ ਸਿਸਟਮ ਹੈ, ਪ੍ਰਬੰਧ ਹੈ, ਵਿਧਾਨ ਹੈ ਗੁਰਮਤਿ ਸੰਗੀਤ ਦਾ, ਉਹ ਸਾਨੂੰ ਪ੍ਰਦਾਨ ਕਰ ਰਹੇ ਨੇ ਕਿ ਇਸ ਨੂੰ ਤੁਸੀਂ ਗਾਣਾ ਕਿਵੇਂ ਹੈ। ਕੇਵਲ ਉਹਨਾਂ ਨੇ ਲਿਖਤ ਰੂਪ 'ਚ ਨਹੀਂ ਦੇ ਦਿੱਤਾ, ਮਰਿਆਦਾ ਰੂਪ ਵਿੱਚ ਉਸ ਨੂੰ ਸਥਾਪਿਤ ਵੀ ਕਰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਵੇਲੇ ਕੀਰਤਨ ਦੀ ਰੀਤ, ਗੁਰੂ ਅੰਗਦ ਪਾਤਸ਼ਾਹ ਵੇਲੇ, ਗੁਰੂ ਅਮਰਦਾਸ ਪਾਤਸ਼ਾਹ ਵੇਲੇ, ਫਿਰ ਆਨੰਦ ਸਾਹਿਬ ਰਾਗ ਰਾਮ ਕਲੀ ਵਿੱਚ ਨਾਲ ਜੁੜ ਜਾਂਦੇ ਨੇ। ਔਰ ਇਸੇ ਤਰ੍ਹਾਂ ਹੀ ਗੁਰੂ ਰਾਮਦਾਸ ਪਾਤਸ਼ਾਹ, ਹੁਣ ਅਸੀਂ ਆਨੰਦ ਕਾਰਜ ਦੀ ਸਾਡੀ ਕੀਰਤਨ ਚੌਕੀ ਹੈ, ਸਿੱਖੀ ਜੀਵਨ ਦੀਆਂ ਕੀਰਤਨ ਚੌਕੀਆਂ ਨੇ। ਉਹ ਸਾਰੀਆਂ ਕੀਰਤਨ ਚੌਕੀਆਂ ਦੇ ਵਿੱਚ ਖਾਸ ਕਿਸਮ ਦਾ ਸੂਹੀ ਰਾਗ ਵਿੱਚ ਸਾਡੇ ਆਨੰਦ ਕਾਰਜ ਜਿਹੜੇ ਲਾਵਾਂ ਦਾ ਅਸੀਂ ਕੀਰਤਨ ਕਰਦੇ ਹਾਂ। ਤੋਂ ਇਹ ਸਾਰੀਆਂ ਕੀਰਤਨ ਚੌਕੀਆਂ ਚਾਹੇ ਦਰਬਾਰ ਸਾਹਿਬ ਦੀਆਂ ਹੋਣ, ਗੁਰੂ ਘਰਾਂ ਦੀਆਂ ਹੋਣ, ਜਾਂ ਸਿੱਖੀ ਜੀਵਨ ਵਿੱਚ ਸਾਡੇ ਜਿਹੜੀਆਂ ਕੀਰਤਨ ਚੌਕੀਆਂ ਅਸੀਂ ਸ਼ਬਦ ਕੀਰਤਨ ਕਰਦੇ ਹਾਂ, ਉਹਦੇ ਲਈ ਖਾਸ ਸਿਧਾਂਤ ਔਰ ਖਾਸ ਵਿਧਾਨ ਔਰ ਖਾਸ ਪਰੰਪਰਾ, ਖਾਸ ਮਰਿਆਦਾ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ। ਔਰ ਉਸ ਦੇ ਮੁਤਾਬਕ ਅਗਰ ਅਸੀਂ ਕੀਰਤਨ ਕਰਦੇ ਹਾਂ ਜਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਅਸੀਂ ਗੁਰੂ ਦੇ ਸੁਨੇਹੇ ਦੇ, ਗੁਰੂ ਦੇ ਸੰਗੀਤ ਦੇ ਨੇੜੇ ਹੋ ਕੇ ਕੀਰਤਨ ਕਰਦੇ ਹਾਂ, ਤੇ ਫਿਰ ਉਸ ਦਾ ਵਿਸਮਾਦੀ ਰੰਗ ਹੀ ਸਾਨੂੰ ਹੋਰ ਮਿਲਦਾ। ਸੋ ਮੇਰੀ ਤੁਹਾਨੂੰ ਇਹੀ ਅਰਜ਼ ਹੈ ਕਿ ਜੋ ਗੁਰੂ ਨੇ ਸਾਨੂੰ ਦਿੱਤਾ, ਇਹ ਸਾਰਾ ਕੁਝ ਸਾਨੂੰ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਪ੍ਰਦਾਨ ਕਰਕੇ ਮਾਲਾਮਾਲ ਕੀਤਾ ਹੈ, ਇੱਕ ਸੰਗੀਤ ਦੀ ਧਰੋਹਰ ਨਾਲ, ਇੱਕ ਸੰਗੀਤ ਦੀ ਵਿਰਾਸਤ ਨਾਲ। ਇਸ ਨੂੰ ਇੰਨਾ ਕੈਜ਼ੂਅਲੀ ਵੀ ਨਾ ਲਈਏ ਕਿ ਇਸ ਨੂੰ ਜਿਵੇਂ ਮਰਜ਼ੀ ਅਸੀਂ ਗਾ ਲਈਏ। ਤੁਸੀਂ ਗਾ ਲਓਗੇ, ਸ਼ਬਦ ਤੁਹਾਡੇ ਮਨ ਵਿੱਚ ਵਸ ਜਾਏਗਾ, ਪਰ ਅਗਰ ਅਸੀਂ ਗੁਰੂ ਦੇ ਦੱਸੇ ਮਾਰਗ ਉੱਤੇ, ਜਿਵੇਂ ਬਾਕੀ ਮਰਿਆਦਾਵਾਂ ਸਾਡੇ ਲਈ ਸਿੱਖੀ ਸਰੂਪ ਜ਼ਰੂਰੀ ਹੈ, ਹੋਰ ਮਰਿਆਦਾਵਾਂ ਜ਼ਰੂਰੀ ਨੇ, ਗੁਰੂ ਘਰ ਦੀ ਬਾਕੀ ਮਰਿਆਦਾਵਾਂ ਜ਼ਰੂਰੀ ਨੇ, ਉਸੇ ਤਰ੍ਹਾਂ ਹੀ ਗੁਰੂ ਘਰ ਦੀ ਜਿਹੜੀ ਸ਼ਬਦ ਕੀਰਤਨ ਦੀ ਮਰਿਆਦਾ ਜੋ ਗੁਰੂ ਨਾਨਕ ਪਾਤਸ਼ਾਹ ਨੇ ਆਪ ਚਲਾਈ, ਗੁਰੂ ਅਰਜਨ ਪਾਤਸ਼ਾਹ ਨੇ ਆਪ ਹਰਿਮੰਦਰ ਸਾਹਿਬ 'ਚ ਸਥਾਪਿਤ ਕੀਤੀ, ਗੁਰੂ ਘਰਾਂ ਦੇ ਵਿੱਚ ਮਰਿਆਦਾ ਦਾ ਹਿੱਸਾ ਬਣੀ, ਸਿੱਖ ਰਹਿਤ ਮਰਿਆਦਾ ਦਾ ਹਿੱਸਾ ਬਣੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੀ ਕਸਟੋਡੀਅਨ ਹੈ, ਪ੍ਰਤੀਨਿਧ ਸੰਸਥਾ ਹੈ। ਉਹ ਸਾਰੇ ਲੋਕ ਇਸ ਨੂੰ ਅਗਰ ਅਸੀਂ ਸਥਾਪਿਤ ਕਰਨਾ ਤਾਂ ਉਸ ਤਰ੍ਹਾਂ ਹੀ ਸਾਨੂੰ ਇਹਨੂੰ ਸਥਾਪਿਤ ਕਰਕੇ ਇਹਨੂੰ ਪ੍ਰਚਾਰਨਾ ਚਾਹੀਦਾ ਔਰ ਅਗਲੀਆਂ ਜਨਰੇਸ਼ਨ ਤੱਕ ਪਹੁੰਚਾਉਣਾ ਚਾਹੀਦਾ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਸੇਵਾ ਪੰਜਾਬੀ ਯੂਨੀਵਰਸਿਟੀ ਨੂੰ ਔਰ ਗੁਰਮਤਿ ਸੰਗੀਤ ਦੀ ਸੇਵਾ ਕਰਨ ਦੇ ਵਿੱਚ ਜਿੰਨੇ ਵੀ ਲੋਕ ਸਹਾਈ ਹੋਏ ਨੇ, ਚਾਹੇ ਉਹ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਰੂਪ ਵਿੱਚ ਬਾਬਾ ਸੁੱਚਾ ਸਿੰਘ ਸੀ ਜਾਂ ਉਸ ਤੋਂ ਬਾਅਦ ਹੋਰ ਸੰਸਥਾਵਾਂ ਸੀ, ਉਹ ਸਾਰੀਆਂ ਸੰਸਥਾਵਾਂ ਸਾਡੇ ਧੰਨਵਾਦ ਦਾ ਪਾਤਰ ਨੇ ਔਰ ਅਸੀਂ ਉਹਨਾਂ ਦਾ ਬਹੁਤ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਔਰ ਗੁਰੂ ਘਰ ਦੀ ਕੀਰਤਨ ਪਰੰਪਰਾ ਨੂੰ ਪ੍ਰਚਾਰਨ ਵਿੱਚ ਸਾਨੂੰ ਮਾਣ ਪ੍ਰਦਾਨ ਕੀਤਾ। ਜੀ ਸਰ, ਬਹੁਤ ਧੰਨਵਾਦ ਆਪ ਜੀ ਨੇ, ਬਹੁਤ ਹੀ ਵਿਸਥਾਰ ਨਾਲ, ਕਿਉਂਕਿ ਇਹ ਬਹੁਤ ਡੀਪ ਟੌਪਿਕ ਹੈ। ਕੋਈ ਆਮ ਜਿਸ ਨੂੰ ਨਹੀਂ ਪਤਾ, ਮੇਰੇ ਅੱਗੇ ਨੂੰ ਗੱਲ ਹੀ ਨਹੀਂ ਕਰ ਸਕਦਾ, ਕਿਉਂਕਿ ਬਹੁਤ ਡੂੰਘਾ ਹੈ ਵਿਸ਼ਾ। ਆਪ ਜੀ ਨੇ ਬਹੁਤ ਹੀ ਵਿਸਥਾਰ ਦੇ ਨਾਲ, ਆਸ ਕਰਦੇ ਹਾਂ ਸਾਡੇ ਅੱਗੇ ਨੂੰ ਕਈਆਂ ਨੂੰ ਇਸ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਡਾਕਟਰ ਸਾਹਿਬ, ਗੁਰਮੁਖ ਸੰਗੀਤ ਦੀ ਆਪਾਂ ਗੱਲ ਕਰ ਰਹੇ ਹਾਂ,
ਤਾਂਤੀ ਸਾਜ਼ਾਂ ਦਾ ਕੀ ਮਤਲਬ ਹੈ? ਇਸ ਤਰ੍ਹਾਂ ਜੀ ਕਿ ਗੁਰੂ ਨਾਨਕ ਪਾਤਸ਼ਾਹ ਨੇ, ਤੁਸੀਂ ਉਹਨਾਂ ਦੇ ਜੀਵਨ ਨੂੰ ਵੇਖਦੇ ਹੋ ਕਿ ਸਭ ਤੋਂ ਪਹਿਲਾਂ ਰਬਾਬ ਉਹਨਾਂ ਨੇ ਸਾਜ਼ ਇੰਟਰੋਡਿਊਸ ਕੀਤਾ ਸਿੱਖੀਜ਼ਮ ਦੇ ਵਿੱਚ, ਔਰ ਭਾਈ ਮਰਦਾਨਾ ਜੀ ਪਹਿਲੇ ਰਬਾਬੀ ਸਾਡੇ। ਔਰ ਜਦੋਂ ਚਾਰ ਉਦਾਸੀਆਂ ਤੇ ਜਾਣ ਲੱਗੇ, ਔਰ ਸ਼ਾਇਦ ਤੁਹਾਨੂੰ ਤੁਸੀਂ ਦਰਸ਼ਨ ਦਿਦਾਰੇ ਕੀਤੇ ਹੁਣ, ਸੁਲਤਾਨਪੁਰ ਲੋਧੀ ਦੇ ਨੇੜੇ ਇੱਕ ਗੁਰੂ ਘਰ ਹੈ ਗੁਰਦੁਆਰਾ ਰਬਾਬ ਸਰ, ਪਿੱਛੇ ਜੇ ਅਸੀਂ ਉੱਥੇ 550 ਸਾਲਾ ਅਵਸਰ ਉੱਤੇ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਰਬਾਬ ਗੁਰਮਤਿ ਸੰਗੀਤ ਦਰਬਾਰ ਵੀ ਉੱਥੇ ਕੀਤਾ। ਉਸ ਸਥਾਨ ਤੋਂ ਭਾਈ ਫਰੰਦਾ ਜੀ ਦੇ ਕੋਲੋਂ ਰਬਾਬ ਦੀ ਬਖਸ਼ਿਸ਼ ਕਰਵਾ ਕੇ ਪ੍ਰਾਰੰਭ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਤੰਤੀ ਸਾਜ਼ਾਂ ਦਾ ਸਿੱਖ ਧਰਮ ਦੇ ਵਿੱਚ ਕੀਰਤਨ ਦੇ ਲਈ। ਤੁਸੀਂ ਜਿਹੜਾ ਸਵਾਲ ਕੀਤਾ ਹੈ ਕਿ ਜਿੰਨਾ ਵੀ ਰਾਗ ਦੀ ਪਰੰਪਰਾ ਹੈ ਉਹ ਤੰਤੀ ਸਾਜ਼ਾਂ ਦੁਆਰਾ ਉਸ ਦੀ ਪ੍ਰੋਡਕਸ਼ਨ ਹੁੰਦੀ ਹੈ। ਔਰ ਜਿਹੜਾ ਸਾਡਾ ਤੰਤੀ ਸਾਜ਼ ਨੇ, ਇਹ ਰਾਗਾਂ ਦੇ ਜ਼ਿਆਦਾ ਕਰੀਬ ਨੇ ਅਗਰ ਰਾਗ ਦਾ ਅਸੀਂ ਗਾਇਨ ਕਰਨਾ ਹੈ। ਔਰ ਗੁਰੂ ਘਰ ਨੇ ਵੀ ਉਸੇ ਪਰੰਪਰਾ ਨੂੰ, ਭਾਰਤੀ ਸੰਗੀਤ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਤੇ ਜਿੰਨੀ ਰਾਗ ਦੀ ਪਰੰਪਰਾ ਹੈ ਉਹ ਤੰਤੀ ਸਾਜ਼ਾਂ ਤੇ ਆਧਾਰਿਤ ਪਰੰਪਰਾ ਹੈ। ਹਾਰਮੋਨੀਅਮ ਤਾਂ ਬਹੁਤ ਬਾਅਦ ਵਿੱਚ ਆਇਆ। ਹਾਰਮੋਨੀਅਮ ਨੂੰ ਅਸੀਂ ਹੁਣ ਛੁਟਿਆ ਵੀ ਨਹੀਂ ਸਕਦੇ ਕਿਉਂਕਿ ਸਾਡੇ ਕੀਰਤਨ ਦਾ ਇਹ ਹੁਣ ਇੱਕ ਕਿਸਮ ਦਾ ਅਨਿੱਖੜ ਅੰਗ ਬਣ ਚੁੱਕਾ ਹੈ। ਪਰ ਅਗਰ ਰਾਗ ਪਰੰਪਰਾ ਨੂੰ ਅਸੀਂ ਗ੍ਰਹਿਣ ਕਰਨਾ ਹੈ ਜਾਂ ਰਾਗ ਦੇ ਵਿੱਚ ਕੀਰਤਨ ਕਰਨਾ ਹੈ ਜਾਂ ਗੁਰੂ ਘਰ ਦੀ ਰਾਗ ਪਰੰਪਰਾ ਨੂੰ ਸੰਭਾਲਣਾ, ਤੇ ਸਾਨੂੰ ਤੰਤੀ ਸਾਜ਼ਾਂ ਦੀ ਪਰੰਪਰਾ ਨੂੰ ਨਾਲ ਸੰਭਾਲਣਾ ਪਏਗਾ। ਇੰਡੀਅਨ ਮਿਊਜ਼ੀਕਲ ਡਰੋਨ ਜਿਹੜਾ ਹੈ, ਤਾਨਪੁਰਾ, ਤੰਬੂਰਾ ਜਿਸ ਨੂੰ ਆਖਦੇ ਨੇ, ਤੰਬੂਰਾ ਸ਼ਾਸਤਰੀ ਸੰਗੀਤ ਵਿੱਚ ਉਸ ਦਾ ਵਾਦਨ ਹੁੰਦਾ ਹੈ ਔਰ ਉਸ ਨਾਲ ਅਸੀਂ ਰਾਗਾਂ ਦਾ ਗਾਇਨ ਕਰਦੇ ਹਾਂ, ਤਾਂ ਉਹ ਵੀ ਤੰਤੀ ਸਾਜ਼ ਹੈ। ਤਾਂ ਗੁਰੂ ਸਾਹਿਬ ਨੇ ਤਾਂ ਸਾਨੂੰ, ਹਰ ਗੁਰੂ ਸਾਹਿਬ ਨੇ ਦੇਖੋ ਸਾਨੂੰ ਤੰਤੀ ਸਾਜ਼ ਪ੍ਰਦਾਨ ਕੀਤੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਰਬਾਬ ਪ੍ਰਦਾਨ ਕੀਤਾ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਅਰਜਨ ਪਾਤਸ਼ਾਹ ਨੇ ਸਰੰਦਾ ਪ੍ਰਦਾਨ ਕੀਤਾ, ਫਿਰ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਤਾਊਸ, ਇੱਕ ਤਖਤੇ ਤਾਊਸ ਕਿਹਾ ਜਾਂਦਾ ਹੈ, ਤਾਊਸ ਪਰਸ਼ੀਨ ਵਿੱਚ ਮੋਰ ਨੂੰ ਕਿਹਾ ਜਾਂਦਾ ਹੈ, ਤਾਂ ਉਹ ਇੱਕ ਮੋਰ ਦੀ ਸ਼ਕਲ ਦਾ ਜਿਹੜਾ ਸਾਜ਼ ਹੈ, ਇੰਸਟਰੂਮੈਂਟ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਪ੍ਰਦਾਨ ਕੀਤਾ। ਫਿਰ ਦਸਮ ਪਾਤਸ਼ਾਹ ਵੇਲੇ ਦਿਲਰਬਾ, ਤੰਬੂਰਾ, ਇਹ ਇੰਸਟਰੂਮੈਂਟ ਇੰਟਰੋਡਿਊਸ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਸਿੱਖ ਧਰਮ ਦੇ ਕੀਰਤਨ ਦੇ ਵਿੱਚ ਰਾਗਾਤਮਕ ਕੀਰਤਨ ਗਾਇਨ ਦੇ ਲਈ, ਗੁਰੂ ਘਰ ਦੀ ਕੀਰਤਨ ਪਰੰਪਰਾ ਦੇ ਗਾਇਨ ਦੇ ਲਈ ਇਹ ਸਾਜ਼ਾਂ ਦਾ ਪ੍ਰਵੇਸ਼ ਹੋਇਆ ਔਰ ਇਹ ਗੁਰੂ ਘਰ ਦੀ ਕੀਰਤਨ ਪਰੰਪਰਾ ਦਾ ਅਨਿੱਖੜ ਅੰਗ ਬਣੇ। ਔਰ ਅਗਰ ਅਸੀਂ ਗੁਰਮਤਿ ਸੰਗੀਤ ਦਾ ਪ੍ਰਚਾਰ ਕਰਨਾ ਹੈ, ਰਾਗਾਤਮਕ ਪਰੰਪਰਾ ਦਾ ਪ੍ਰਚਾਰ ਕਰਨਾ ਹੈ, ਆਪਣੇ ਵਿਦਿਆਰਥੀਆਂ ਨੂੰ ਸਿਖਾਉਣਾ ਹੈ ਔਰ ਗੁਰੂ ਘਰ ਦੀ ਵਿਰਾਸਤ ਦੀ ਸੰਭਾਲ ਕਰਨੀ ਹੈ, ਤਾਂ ਉਸ ਲਈ ਬਹੁਤ ਜ਼ਰੂਰੀ ਸੀ ਤੰਤੀ ਸਾਜ਼ ਅਸੀਂ ਇੰਟਰੋਡਿਊਸ ਕਰਦੇ, ਤੰਤੀ ਸਾਜ਼ ਵਿਦਿਆਰਥੀਆਂ ਨੂੰ ਸਿਖਾਉਂਦੇ। 2003 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਹੋਈ। ਗੁਰਮਤਿ ਸੰਗੀਤ ਚੇਅਰ ਜੋ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਬੀਬੀ ਜਸਵੀਰ ਕੌਰ ਜੀ ਖਾਲਸਾ ਉਹਨਾਂ ਦੇ ਉਦਮ ਦੇ ਨਾਲ ਸਥਾਪਿਤ ਹੋਈ ਸੀ। ਉਹਨਾਂ ਨੇ ਵਿੱਤੀ ਸਹਿਯੋਗ ਦਿੱਤਾ ਸੀ 15 ਸਾਲਾਂ ਦੇ ਲਈ 90 ਲੱਖ ਰੁਪਇਆ ਪੰਜਾਬੀ ਯੂਨੀਵਰਸਿਟੀ ਨੂੰ ਦੇਣ ਦਾ ਉਹਨਾਂ ਨੇ ਵਚਨ ਕੀਤਾ ਔਰ ਉਹਦੇ ਨਾਲ ਗੁਰਮਤਿ ਸੰਗੀਤ ਚੇਅਰ ਸਥਾਪਿਤ ਹੋਈ। ਫਿਰ ਗੁਰਮਤਿ ਸੰਗੀਤ ਵਿਭਾਗ ਬਣਿਆ। ਤਾਂ ਉਸ ਸਮੇਂ ਬੜਾ ਚੈਲੰਜ ਸੀ ਕਿ ਗੁਰੂ ਘਰ ਦੇ ਸਾਜ਼ ਕਿੱਥੇ ਗਏ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਵਾਲ ਹੁੰਦਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਦਾ ਰਬਾਬ ਹੀ ਨਹੀਂ ਮਿਲਦਾ, ਤੁਸੀਂ ਗੁਰਮਤਿ ਸੰਗੀਤ ਇੰਟਰੋਡਿਊਸ ਕੀਤਾ ਤਾਂ ਰਬਾਬ ਨੂੰ ਰਿਵਾਈਵ ਕਰੋ। ਸੋ ਉਸ ਯਤਨ ਨੂੰ ਕਰਨ ਦੇ ਲਈ ਅਸੀਂ ਫਿਰ ਸਭ ਤੋਂ ਪਹਿਲਾਂ ਗੁਰਦੁਆਰਾ ਰਬਾਬ ਸਰ ਗਏ, ਉੱਥੇ ਅਰਦਾਸ ਕੀਤੀ ਔਰ ਅਰਦਾਸ ਕਰਕੇ ਉਸ ਪ੍ਰੋਜੈਕਟ ਨੂੰ ਪ੍ਰਾਰੰਭ ਕੀਤਾ। ਔਰ ਜਿਹੜਾ ਰਬਾਬ ਦੇ ਵੱਖ-ਵੱਖ ਜਿਹੜੇ ਪ੍ਰਚਲਿਤ ਰੂਪ ਸੀਗੇ ਸਾਰੇ ਇਕੱਤਰ ਕਰਕੇ ਪੰਜਾਬੀ ਯੂਨੀਵਰਸਿਟੀ ਵਿੱਚ ਅਸੀਂ ਗੁਰੂ ਘਰ ਦੇ ਜਿਹੜਾ ਰਬਾਬ ਹੈ ਉਸ ਦੀ ਘਾੜਤ ਕਢਵਾਈ। ਇਹ ਪੰਜਾਬੀ ਯੂਨੀਵਰਸਿਟੀ ਦਾ ਔਰ ਗੁਰਮਤਿ ਸੰਗੀਤ ਚੇਅਰ ਦਾ ਇੱਕ ਮਹੱਤਵਪੂਰਨ ਕੰਮ ਹੈ। ਔਰ ਜਿਹੜਾ ਅਸੀਂ ਲੋਗੋ ਵੀ ਬਣਾਇਆ, ਜਦੋਂ ਦਰਬਾਰ ਸਾਹਿਬ ਅਸੀਂ ਦਰਸ਼ਨ ਡਿਊਟੀ ਤੇ ਜਾਂਦੇ ਹਾਂ ਤਾਂ ਉੱਥੇ ਵੇਖਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਦਾ ਔਰ ਮਰਦਾਨਾ ਜੀ ਦਾ ਇੱਕ ਚਿੱਤਰ ਉਕਰਿਆ ਹੋਇਆ। ਉਸ ਚਿੱਤਰ ਨੂੰ ਲੈ ਕੇ ਔਰ ਗੁਰੂ ਅਰਜਨ ਪਾਤਸ਼ਾਹ ਦੀ ਰਬਾਬ ਨੂੰ ਲੈ ਕੇ ਔਰ ਜਿਹੜਾ ਮੰਡੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਇੱਕ ਰਬਾਬ ਪਿਆ, ਇਹਨਾਂ ਸਾਰੇ ਮਾਡਲਸ ਨੂੰ ਲੈ ਕੇ ਔਰ ਜਿੰਨੇ ਵੀ ਬਾਕੀ ਰਬਾਬ ਦੇ ਮਾਡਲ ਸੀ ਉਹਨਾਂ ਸਾਰਿਆਂ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਵੱਖ-ਵੱਖ ਵਰਕਸ਼ਾਪਸ ਕਰਕੇ ਇੱਕ ਸਰੂਪ ਨਿਰਧਾਰਿਤ ਕੀਤਾ ਔਰ ਉਸ ਨੂੰ ਅਸੀਂ ਫਰੰਦੀਆ ਰਬਾਬ ਦਾ ਨਾਮ ਦਿੱਤਾ ਤਾਂ ਕਿ ਭਾਈ ਫਰੰਦਾ ਜੀ ਦਾ ਨਾਮ ਵੀ ਇਤਿਹਾਸ ਦੇ ਵਿੱਚ ਰਹੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੂੰ ਰਬਾਬ ਸਾਜ਼ ਦਿੱਤਾ ਸੀ। ਕਈ ਵਿਦਵਾਨ ਇਹ ਆਖਦੇ ਨੇ ਕਿ ਜੀ ਇਹ ਨਾਨਕਸ਼ਾਹੀ ਰਬਾਬ ਹੈ ਜਾਂ ਇਹ ਸਿੱਖ ਰਬਾਬ ਹੈ, ਪਰ ਸਾਡੇ ਮਨ ਦੀ ਸ਼ਰਧਾ ਸੀ ਕਿ ਅਸੀਂ ਇਸ ਨੂੰ ਫਰੰਦੀਆ ਰਬਾਬ ਆਖ ਦਈਏ ਤਾਂ ਕਿ ਭਾਈ ਫਰੰਦਾ ਜੀ ਦੀ ਯਾਦ ਜਿਹੜੀ ਹੈ ਉਸ ਦੀ ਵੀ ਤੌਰ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਮਨ ਦੇ ਵਿੱਚ ਉਕਰੀ ਜਾਵੇ। ਸੋ ਉਸ ਰਬਾਬ ਨੂੰ ਅਸੀਂ ਸਿਖਵਾਇਆ, ਆਪਣੇ ਵਿਦਿਆਰਥੀਆਂ ਨੇ ਸਿਖਵਾਇਆ। ਔਰ ਤੁਹਾਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਇਸ ਵੇਲੇ ਦਰਬਾਰ ਸਾਹਿਬ ਦੇ ਵਿੱਚ ਸਾਡੇ 2 MA ਪਾਸ ਵਿਦਿਆਰਥੀ ਜਿਹੜੇ ਨੇ ਉਹ ਉੱਥੇ ਰਬਾਬ ਦਾ ਵਾਦਨ ਕਰ ਰਹੇ ਨੇ ਦਰਬਾਰ ਸਾਹਿਬ ਵਿੱਚ। ਔਰ
ਕਿੱਥੇ ਰਬਾਬ ਸਾਨੂੰ ਪ੍ਰਾਪਤ ਵੀ ਨਹੀਂ ਸੀ ਹੁੰਦੀ। ਔਰ ਹੁਣ ਇਸ ਵੇਲੇ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਰਬਾਬ ਦਾ ਜਿਹੜਾ ਵਾਦਨ ਹੈ ਉਹ ਹੋ ਰਿਹਾ, ਔਰ ਬਹੁਤ ਸਾਰੇ ਨਵੇਂ ਜਿਹੜੇ ਸਾਡੇ ਵਿਦਿਆਰਥੀ ਨੇ ਉਹ ਇਸ ਪਾਸੇ ਨੂੰ ਆਕਰਸ਼ਿਤ ਹੋ ਰਹੇ ਨੇ, ਔਰ ਇਸ ਦਾ ਬਹੁਤ ਜ਼ਿਆਦਾ ਪ੍ਰਚਾਰ ਹੈ। ਸੋ ਗੁਰੂ ਸਾਹਿਬ ਨੇ ਜਿਹੜੇ ਸਾਨੂੰ ਤੰਤੀ ਸਾਜ਼ ਪ੍ਰਦਾਨ ਕੀਤੇ ਸੀ, ਉਹਦੇ ਵਿੱਚੋਂ ਰਬਾਬ ਨੂੰ ਇੰਟਰੋਡਿਊਸ ਕਰਨ ਵਿੱਚ ਅਸੀਂ ਕਾਮਯਾਬ ਹੋਏ। ਔਰ ਫਿਰ ਉਸ ਤੋਂ ਬਾਅਦ ਇਹ ਬਾਕੀ ਦੇ ਜਿਹੜੇ ਸਾਜ਼ ਨੇ, ਔਰ ਤੁਹਾਨੂੰ ਪਹਿਲਾਂ ਦੱਸਿਆ ਵੀ ਸੀ ਪਿਛਲੇ ਐਪੀਸੋਡ ਦੇ ਵਿੱਚ ਕਿ ਦਰਬਾਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੰਤੀ ਸਾਜ਼ਾਂ ਦਾ ਪ੍ਰਾਰੰਭ ਕੀਤਾ, ਔਰ ਫਿਰ ਨਾਲ ਇੱਕ ਤੰਤੀ ਸਾਜ਼ ਵਾਦਕ ਦੀ ਜਿਹੜੀ ਹੈ ਉਹ ਨਾਲ ਪਲੇਸਮੈਂਟ ਕਰਵਾਈ। ਇਹ ਜ਼ਰੂਰੀ ਇਸ ਕਰਕੇ ਸੀ ਸਾਰਾ ਸਿਲਸਿਲਾ ਤੰਤੀ ਸਾਜ਼ਾਂ ਨੂੰ ਲਾਗੂ ਕਰਵਾਉਣ ਦਾ, ਤਾਂ ਕਿ ਗੁਰੂ ਘਰ ਦੀ ਰਾਗਾਤਮਕ ਪਰੰਪਰਾ ਜਿਹੜੀ ਹੈ ਉਸ ਨੂੰ ਅਗਰ ਅਸੀਂ ਪੁਨਰ ਸੁਰਜੀਤ ਕਰਨਾ ਤਾਂ ਨਾਲ ਸਾਨੂੰ ਤੰਤੀ ਸਾਜ਼ਾਂ ਦੀ ਪਰੰਪਰਾ ਵੀ ਪੁਨਰ ਸੁਰਜੀਤ ਕਰਨੀ ਹੋਵੇਗੀ। ਔਰ ਅਗਰ ਰਾਗਾਤਮਕ ਕੀਰਤਨ ਦੀ ਸਿਖਲਾਈ ਦੇਣੀ ਹੈ ਤਾਂ ਤੰਤੀ ਸਾਜ਼ਾਂ ਦੀ ਸਿਖਲਾਈ ਵੀ ਦਈਏ, ਤਾਂ ਕਿ ਦੋਹੇ ਪਰੰਪਰਾਵਾਂ ਵਿਕਸਿਤ ਹੋ ਸਕਣ। ਇੱਥੇ ਮੈਂ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਕਰਨੀ ਚਾਹਾਂਗਾ ਕਿ ਜਿਵੇਂ ਅਸੀਂ ਸੰਥਿਆ ਲੈਂਦੇ ਹਾਂ, ਹੁਣ ਸਾਡੇ ਕੋਲ ਪਦ ਛੇਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਿਲ ਜਾਂਦੇ ਨੇ ਤੇ ਉਸ ਤੋਂ ਅਸੀਂ ਬੜੀ ਆਸਾਨੀ ਦੇ ਨਾਲ ਸ੍ਰੀ ਪਾਠ ਕਰ ਲੈਂਦੇ ਹਾਂ। ਪਰ ਜਿਹੜੇ ਟਕਸਾਲੀ ਜਾਂ ਜਿਹੜੇ ਪਰੰਪਰਾਗਤ ਤਰੀਕੇ ਨਾਲ, ਮਰਿਆਦਤ ਤਰੀਕੇ ਨਾਲ ਜਿਨ੍ਹਾਂ ਨੇ ਸੰਥਿਆ ਲਈ ਹੁੰਦੀ ਹੈ, ਉਹ ਲੜੀਵਾਰ ਬੀੜ ਤੋਂ ਜਿਹੜਾ ਹੈ ਸੰਥਿਆ ਲੈਂਦੇ ਨੇ। ਸੋ ਮੈਂ ਕਈ ਵਾਰੀ ਕੰਪੈਰੀਜ਼ਨ ਇਹ ਵੀ ਕਰਦਾ ਹੁੰਦਾ ਕਿ ਜਦੋਂ ਅਸੀਂ ਤੰਤੀ ਸਾਜ਼ਾਂ ਦੇ ਉੱਤੇ ਰਾਗ ਸਿੱਖਦੇ ਹਾਂ ਤੇ ਉਹ ਲੜੀਵਾਰ ਬੀੜ ਤੋਂ ਸੰਥਿਆ ਲੈਣ ਦੇ ਤੁਲ ਹੈ, ਕਿਉਂਕਿ ਸਾਡੀ ਪ੍ਰੋਪਰ ਸਵਰ ਦੀ ਸਿਖਲਾਈ, ਸਵਰ ਸਾਧਨਾ ਜਿਹੜੀ ਹੈ ਉਹ ਹੋ ਜਾਂਦੀ ਹੈ। ਤੇ ਜਦੋਂ ਅਸੀਂ ਲੜੀਵਾਰ ਬੀੜ ਤੋਂ ਬਾਣੀ ਦੀ ਸੰਥਿਆ ਲੈਂਦੇ ਹਾਂ ਤਾਂ ਸਾਡੀ ਸ਼ਬਦ ਸਾਧਨਾ, ਜਿਹੜੀ ਸ਼ਬਦ ਦੀ ਸਾਧਨਾ ਹੈ ਔਰ ਜਿਹੜੀ ਬਾਣੀ ਦੀ ਸਮਝ ਹੈ ਉਹ ਸਾਨੂੰ ਮਿਲ ਜਾਂਦੀ ਹੈ। ਸੋ ਇਹ ਦੋਨੋਂ ਸਾਡੀਆਂ ਟਕਸਾਲੀ ਤੇ ਪਰੰਪਰਾਗਤ ਤਰੀਕੇ ਦੇ ਨਾਲ ਸਿਖਲਾਈ ਦੀਆਂ ਵਿਧੀਆਂ ਨੇ, ਜਿਨ੍ਹਾਂ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅਗਰ ਰਾਗਾਤਮਕ ਪਰੰਪਰਾ ਨੂੰ ਸਮਝਣਾ ਹੈ ਤੇ ਤੰਤੀ ਸਾਜ਼ਾਂ ਨੂੰ ਸਿੱਖਣਾ ਪਏਗਾ, ਔਰ ਅਗਰ ਅਸੀਂ ਬਾਣੀ ਦਾ ਸ਼ੁੱਧ ਉਚਾਰਨ ਅਸੀਂ ਵੇਖਣਾ ਤੇ ਸਾਨੂੰ ਜ਼ਰੂਰ ਸੰਥਿਆ ਜਿਹੜੀ ਹੈ ਪ੍ਰੋਪਰਲੀ ਲੈਣੀ ਪਏਗੀ। ਸੋ ਇਸ ਤਰ੍ਹਾਂ ਸ਼ਬਦ ਕੀਰਤਨ ਦੀ ਰਾਗਾਤਮਕ ਪਰੰਪਰਾ ਦੇ ਨੇੜੇ ਹੋਣ ਦੇ ਲਈ ਸਾਡੇ ਤੰਤੀ ਸਾਜ਼ ਬਹੁਤ ਸਹਾਈ ਹੁੰਦੇ ਨੇ, ਔਰ ਉਹ ਪਰੰਪਰਾ ਨੂੰ ਪੁਨਰ ਸੁਰਜੀਤ ਕਰਨ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਸਫਲ ਹੋਏ ਹਾਂ। ਪ੍ਰਸਵਿਕ ਮਨ ਦੇ ਵਿੱਚ ਸਵਾਲ ਉੱਠਦਾ ਹੈ ਕਿ ਆਪ ਜੀ ਨੇ ਜੀਵਨ ਭਰ ਵਿੱਚ ਸਿੱਖਿਆ, ਆਪ ਬਹੁਤ ਪੀਪਲਸ, ਬਹੁਤ ਸਟੂਡੈਂਟਸ ਨੇ ਪੜ੍ਹ ਕੇ ਆਪਣੇ ਜੀਵਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਜ਼ ਅ ਮੈਂਟਰ, ਕਿਉਂਕਿ ਆਪ ਜੀ ਮੈਂਟਰ ਹੋ, ਗਾਈਡਰ ਹੋ ਸਾਰਿਆਂ ਦੇ, ਓਵਰਆਲ ਦ ਵਰਲਡ ਆਪ ਜੀ ਸੁਖ ਕਰ ਰਹੇ ਹੋ। ਆਪ ਜੀ ਦੇ ਵਿਦਿਆਰਥੀ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ, ਗੁਰੂ ਰਾਮਦਾਸ ਪਾਤਸ਼ਾਹ ਦਰ ਤੇ ਜਾ ਕੇ ਜਦੋਂ ਹਾਜ਼ਰੀਆਂ ਲਾਉਂਦੇ ਨੇ, ਸਿਖਲਾਈ ਕੀਤੇ, ਸਟੂਡੈਂਟ ਪੜ੍ਹਾਏ, ਜਦੋਂ ਉੱਥੇ ਜਾ ਕੇ ਇੱਕ ਐਜ਼ ਅ ਟੀਚਰ, ਐਜ਼ ਅ ਮੈਂਟਰ ਆਪ ਜੀ ਨੂੰ ਬੰਦੇ ਨੂੰ ਬੜਾ ਮਾਣ ਮਹਿਸੂਸ ਹੁੰਦਾ, ਬੜੀ ਖੁਸ਼ੀ ਮਹਿਸੂਸ ਕਿ ਦੇਖੋ ਮਹਾਰਾਜ ਨੇ ਕਿੰਨੀ ਮਿਹਰ ਕੀਤੀ, ਕਿੱਥੇ ਕਿੱਥੇ ਯੰਗਸਟਰ ਜਾ ਰਹੇ ਨੇ। ਇਸ ਵਕਤ ਯੰਗਸਟਰ ਆਪਣੇ ਬਹੁਤ ਅੱਗੇ ਵੱਧ ਰਹੇ ਨੇ, ਗੁਰੂ ਵਾਲੇ ਪਾਸੇ ਲੱਗੇ ਹੋਏ ਨੇ। ਥੋੜਾ ਜਿਹਾ ਇਸ ਤੇ ਆਪ ਜੀ ਦੇ ਵਿਚਾਰ ਸਾਂਝੇ ਪਾਓ ਜੀ। ਕਿਉਂਕਿ ਕਾਫੀ ਲੰਬਾ ਸਮਾਂ, ਲਗਭਗ 36-37 ਸਾਲ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਵਿਚਰਨ ਦਾ ਮੌਕਾ ਮਿਲਿਆ, ਔਰ ਬਹੁਤ ਸਾਰੇ ਵਿਦਿਆਰਥੀ ਮਿਲੇ। ਪਰ ਮੈਂ ਤੇ ਆਪਣੇ ਆਪ ਨੂੰ ਸਭ ਤੋਂ ਵੱਡਾ ਵਿਦਿਆਰਥੀ ਮੰਨਦਾ, ਕਿਉਂਕਿ ਸਿੱਖ ਹਾਂ ਤੇ ਸਿੱਖਣ ਦੀ ਲਾਲਸਾ ਹਮੇਸ਼ਾ ਮਨ ਵਿੱਚ ਰਹਿੰਦੀ ਹੈ। ਸੋ ਮੈਂ ਆਪਣੇ ਵਿਦਿਆਰਥੀਆਂ, ਜਿੱਥੇ ਗੁਰੂ ਜਨਾਂ ਕੋਲੋਂ ਸਿੱਖਿਆ, ਆਪਣੇ ਵਿਦਿਆਰਥੀਆਂ ਕੋਲੋਂ ਵੀ ਬਹੁਤ ਕੁਝ ਸਿੱਖਿਆ। ਚਾਹੇ ਬਹੁਤ ਸਾਰੇ ਵਿਦਿਆਰਥੀਆਂ ਨੇ ਮੇਰੇ ਨਾਲ PhD ਵੀ ਕੀਤੀ ਹੈ, ਔਰ ਮੇਰੇ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚ ਡੀਨਸ, ਪ੍ਰੋਫੈਸਰਸ, ਹੈਡ ਆਫ ਦਾ ਡਿਪਾਰਟਮੈਂਟ ਉਹ ਲੱਗੇ ਨੇ। ਕਾਲਜਸ ਦੇ ਵਿੱਚ ਬਹੁਤ ਸਾਰੇ ਪ੍ਰੋਫੈਸਰਸ ਨੇ, ਔਰ ਦਰਬਾਰ ਸਾਹਿਬ ਦੇ ਵਿੱਚ ਕੀਰਤਨੀਏ ਦੇ ਤੌਰ ਤੇ ਸੇਵਾ ਕਰ ਰਹੇ ਨੇ, ਵੱਖ-ਵੱਖ ਗੁਰੂ ਘਰਾਂ ਵਿੱਚ ਕੀਰਤਨੀ ਦੇ ਤੌਰ ਤੇ ਸੇਵਾ ਕਰ ਰਹੇ ਨੇ। ਔਰ ਤੰਤੀ ਸਾਜ਼ਾਂ ਬਾਰੇ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਸਾਡੇ ਤੰਤੀ ਸਾਜ਼ਾਂ ਦੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ ਵਿਦੇਸ਼ ਦੇ ਵਿੱਚ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਵੀ ਕੀਰਤਨ ਦੀ ਸੇਵਾ ਕਰ ਰਹੇ। ਦਰਬਾਰ ਸਾਹਿਬ ਤੋਂ ਲੈ ਕੇ ਜੇ ਮੈਂ ਤੁਹਾਨੂੰ ਇਸ ਗੱਲ ਦੇ ਲਈ ਮੈਂ ਵਧਾਈ ਵੀ ਦਿਆਂਗਾ ਕਿ ਸਾਡੇ ਵਿਦਿਆਰਥੀਆਂ ਨੇ ਵਾਈਟ ਹਾਊਸ ਤੱਕ, ਅਮਰੀਕਾ ਦੇ ਵਾਈਟ ਹਾਊਸ ਤੱਕ ਗੁਰੂ ਨਾਨਕ ਪਾਤਸ਼ਾਹ ਦੇ ਪੁਰਬ ਦੇ ਉੱਤੇ ਉੱਥੇ ਵੀ ਕੀਰਤਨ ਕੀਤਾ, ਸਾਰੇ ਤਖਤਾਂ ਤੇ ਕੀਰਤਨ ਕੀਤਾ। ਔਰ ਇਸ ਵੇਲੇ ਸਾਰੇ ਵਿਸ਼ਵ ਦੇ ਵਿੱਚ ਜਿੱਥੇ ਵੀ ਗੁਰਮਤਿ ਸੰਗੀਤ ਦਾ ਨਾਮ ਹੈ ਉੱਥੇ ਸਾਡੇ ਵਿਦਿਆਰਥੀ ਕੀਰਤਨ ਕਰ ਰਹੇ ਨੇ। ਮੈਂ ਇੱਥੇ ਜ਼ਰੂਰ ਤੁਹਾਨੂੰ ਗੱਲ ਦੱਸਣਾ ਚਾਹਾਂਗਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਜਿੱਥੇ ਗੁਰਮਤਿ ਸੰਗੀਤ ਚੇਅਰ ਹੈ, ਗੁਰਮਤਿ ਸੰਗੀਤ ਚੇਅਰ ਦੇ ਵਿੱਚ ਅਸੀਂ ਰਿਸਰਚ ਕਰਵਾ ਰਹੇ ਹਾਂ, ਔਰ ਗੁਰਮਤਿ ਸੰਗੀਤ ਵਿਭਾਗ ਦੇ ਵਿੱਚ ਹਰ ਸਾਲ ਸੈਂਕੜੇ ਵਿਦਿਆਰਥੀ ਜਿਹੜੇ ਨੇ ਪਾਸ ਆਊਟ ਹੁੰਦੇ। 97 ਤੋਂ
ਡਿਪਲੋਮਾ ਇਨ ਗੁਰਮਤ ਸੰਗੀਤ ਸ਼ੁਰੂ ਹੋਇਆ ਸੀ, ਜਿਹਦੇ ਵਿੱਚ ਪ੍ਰਿੰਸੀਪਲ ਸੁਖਵੰਤ ਸਿੰਘ ਦਾ, ਸਰਦਾਰ ਜਸਪਾਲ ਸਿੰਘ, ਇਹ ਲੋਕ ਸਾਡੇ ਵਿਦਿਆਰਥੀ ਸੀ। ਔਰ ਉਸ ਤੋਂ ਬਾਅਦ ਅਨੇਕਾਂ ਵਿਦਿਆਰਥੀ ਸਾਡੇ ਕੋਲੋਂ ਸਿਖਲਾਈ ਪ੍ਰਾਪਤ ਕਰਕੇ ਜਿਹੜੇ ਨੇ ਵੱਖ-ਵੱਖ ਕਾਲਜ, ਸਕੂਲ, ਵਿਦਿਆਲਿਆਂ ਦੇ ਵਿੱਚ ਔਰ ਕੀਰਤਨਕਾਰ ਦੇ ਤੌਰ ਤੇ ਸੇਵਾ ਕਰ ਰਹੇ ਨੇ। ਔਰ ਪੰਜਾਬੀ ਯੂਨੀਵਰਸਿਟੀ ਵਿੱਚ ਗੁਰਮਤ ਸੰਗੀਤ ਵਿਭਾਗ ਵਿੱਚ ਅਸੀਂ ਅੰਡਰ ਗ੍ਰੈਜੂਏਟ ਕੋਰਸ ਕਰਾ ਰਹੇ ਹਾਂ, ਪੋਸਟ ਗ੍ਰੈਜੂਏਟ ਕੋਰਸ ਕਰਾ ਰਹੇ ਹਾਂ, ਡਿਸਟੈਂਸ ਐਜੂਕੇਸ਼ਨ ਕੋਰਸ ਕਰਵਾ ਰਹੇ ਹਾਂ। ਔਰ ਇਹਦੇ ਨਾਲ ਅਸੀਂ ਇੱਕ ਹੋਰ ਯੂਨੀਕ ਕਿਸਮ ਦਾ ਇੱਕ ਜਿਹੜਾ ਡਿਪਾਰਟਮੈਂਟ ਹੈ ਉਹ ਸਟੈਬਲਿਸ਼ ਕੀਤਾ ਸੀ। ਇਸ ਵੇਲੇ COVID-19 ਨੇ ਸਾਨੂੰ ਸਾਰਿਆਂ ਨੂੰ ਆਨਲਾਈਨ ਕਰ ਦਿੱਤਾ, ਤੁਸੀਂ ਮੇਰੀ ਆਨਲਾਈਨ ਇੰਟਰਵਿਊ ਕਰ ਰਹੇ ਹੋ, ਪਰ ਤੁਹਾਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸਭ ਤੋਂ ਪਹਿਲਾਂ ਕਿਸੇ ਵਿਭਾਗ ਨੇ ਜਿਹੜੀ ਵੈਬਸਾਈਟ ਬਣਾਈ ਉਹ ਪੰਜਾਬ ਗੁਰਮਤ ਸੰਗੀਤ ਵਿਭਾਗ ਨੇ ਬਣਾਈ। ਔਰ ਸੰਗਤਾਂ ਦੇ ਸਹਿਯੋਗ ਨਾਲ ਉੱਥੇ ਗੁਰਮਤ ਸੰਗੀਤ ਭਵਨ ਦੇ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ, ਉਹ ਸਥਾਪਿਤ ਹੋਇਆ। ਔਰ ਅਸੀਂ ਇੱਕ ਆਨਲਾਈਨ ਟੀਚਿੰਗ ਦਾ ਡਿਪਾਰਟਮੈਂਟ, ਕਿਉਂਕਿ ਪਹਿਲਾਂ ਅਸੀਂ ਇੱਕ ਸੰਗੀਤ ਦੀ ਸਿੱਖਿਆ ਦਿੰਦੇ ਸੀ ਰੈਗੂਲਰ ਤਰੀਕੇ ਦੇ ਨਾਲ, ਰੈਗੂਲਰ ਟੀਚਿੰਗ ਹੁੰਦੀ ਸੀ ਔਰ ਡਿਸਟੈਂਸ ਐਜੂਕੇਸ਼ਨ। ਪਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਵਿਚਰਦੇ ਸੀ ਤਾਂ ਸਾਡੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਹੋਰਾਂ ਤੋਂ ਔਰ ਦਾਸ ਤੋਂ ਸਾਰੇ ਲੋਕ ਇੱਥੋਂ ਦੇ ਜਿਹੜੇ ਦੇਸ਼ ਵਿਦੇਸ਼ ਦੇ ਸਾਡੇ ਸਿੱਖ ਭਾਈਚਾਰਾ ਹੈ ਉਹ ਕਹਿੰਦਾ ਸੀ ਕਿ ਸਾਡੇ ਬੱਚਿਆਂ ਲਈ ਵੀ ਕੁਝ ਕਰੋ ਤਾਂ ਕਿ ਸਾਡੇ ਬੱਚੇ ਸਿੱਖ ਸਕਣ। ਤਾਂ ਅਸੀਂ ਇੱਕ ਆਨਲਾਈਨ ਜਿਹੜੀ ਸੰਗੀਤ ਸਿੱਖਿਆ ਹੈ ਉਹ ਸ਼ੁਰੂ ਕੀਤੀ। ਔਰ ਆਨਲਾਈਨ ਸਿੱਖਿਆ ਸ਼ੁਰੂ ਕਰਨ ਦਾ ਸਬਬ ਵੀ ਤਾਂ ਬਣਿਆ ਕਿਉਂਕਿ ਅਖੰਡ ਕੀਰਤਨੀ ਜਥਾ ਨੇ ਭਾਈ ਰਣਧੀਰ ਸਿੰਘ ਜੀ ਦੀ ਯਾਦ ਵਿੱਚ ਭਾਈ ਰਣਧੀਰ ਸਿੰਘ ਆਨਲਾਈਨ ਲਾਇਬ੍ਰੇਰੀ ਪੰਜਾਬੀ ਯੂਨੀਵਰਸਿਟੀ ਵਿੱਚ ਐਸਟੈਬਲਿਸ਼ ਕਰਾਈ। ਪੰਜਾਬੀ ਯੂਨੀਵਰਸਿਟੀ ਅਗਰ ਤੁਸੀਂ ਕਦੇ ਵਿਜ਼ਿਟ ਕਰੋ ਤੇ ਉੱਥੇ ਗੁਰਮਤ ਸੰਗੀਤ ਭਵਨ ਦੇ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਦੀ ਯਾਦ ਵਿੱਚ ਇੱਕ ਭਾਈ ਰਣਧੀਰ ਸਿੰਘ ਜੀ ਆਨਲਾਈਨ ਗੁਰਮਤ ਸੰਗੀਤ ਲਾਇਬ੍ਰੇਰੀ ਹੈ। ਔਰ ਉਸ ਨੂੰ ਐਸਟੈਬਲਿਸ਼ ਕਰਨ ਦੇ ਵਿੱਚ ਡਾਕਟਰ ਅੰਮ੍ਰਿਤਪਾਲ ਕੌਰ ਜੀ ਮੇਰੀ ਪਤਨੀ ਉਹਨਾਂ ਦਾ ਔਰ ਸਾਡੀ ਸਾਰੀ ਟੀਮ ਦਾ ਬੜਾ ਵੱਡਾ ਯੋਗਦਾਨ ਹੈ, ਜਿਹਦੇ ਵਿੱਚ ਗੁਰਮਤ ਸੰਗੀਤ ਦਾ ਜਿੰਨਾ ਲਿਟਰੇਚਰ ਹੈ, ਜਿੰਨੇ ਰਿਸਰਚ ਪੇਪਰ ਨੇ, ਜਿੰਨੀਆਂ ਕਿਤਾਬਾਂ ਨੇ, ਉਹਨਾਂ ਨੂੰ ਡਿਜੀਟਾਈਜ਼ ਕਰਕੇ ਪਾਇਆ ਉਸ ਆਨਲਾਈਨ ਗੁਰਮਤ ਸੰਗੀਤ ਲਾਇਬ੍ਰੇਰੀ ਵਿੱਚ। ਔਰ ਉਸੇ ਵਿੱਚ ਹੀ ਡਾਕਟਰ ਜਸਪਾਲ ਸਿੰਘ ਉਹਨਾਂ ਨੇ ਸਾਨੂੰ ਕਿਹਾ ਕਿ 31 ਰਾਗ ਤੁਸੀਂ ਸਾਰੀ ਸੰਗਤਾਂ ਦੇ ਲਈ ਫ੍ਰੀ ਆਫ ਕਾਸਟ ਪਾ ਦਿਓ ਤਾਂ ਕਿ ਕੋਈ ਵੀ ਉਹਨਾਂ ਨੂੰ ਸਿੱਖ ਸਕੇ। ਅਸੀਂ ਉਹ 31 ਰਾਗ ਸਾਰੇ ਆਨਲਾਈਨ ਪਾ ਦਿੱਤੇ ਔਰ ਉਸ ਨੂੰ ਕੋਈ ਵੀ ਵਿਅਕਤੀ ਘਰ ਬੈਠਾ ਸਿੱਖ ਸਕਦਾ ਹੈ। ਸੰਗਤ ਕਈ ਵਾਰੀ ਪਹੁੰਚ ਨਹੀਂ ਕਰਦੀ, ਮੈਂ ਇਸ ਟੀਵੀ ਦੇ ਮਾਧਿਅਮ ਰਾਹੀਂ ਵੀ ਚਾਹਾਂਗਾ ਕਿ ਸੰਗਤ ਜ਼ਰੂਰ ਉਸ ਪ੍ਰੋਗਰਾਮ ਨੂੰ ਦੇਖੇ। ਔਰ ਗੁਰਮਤ ਗਿਆਨ ਆਨਲਾਈਨ ਸਟੱਡੀ ਸੈਂਟਰ ਉਸ ਦਾ ਨਾਮ ਹੈ, ਉਹਦੇ ਵਿੱਚ 31 ਰਾਗਾਂ ਦੀ ਸਿਖਲਾਈ ਪ੍ਰਾਪਤ ਕਰ ਸਕਦੇ ਨੇ। ਔਰ ਉਹਦੇ ਵਿੱਚ ਫਿਰ ਐਲੀਮੈਂਟਰੀ ਤੋਂ ਲੈ ਕੇ MA ਤੱਕ ਦੇ ਕੋਰਸਿਸ ਵੀ ਆਨਲਾਈਨ ਕਰ ਦਿੱਤੇ ਗਏ ਨੇ ਤਾਂ ਕਿ ਕੋਈ ਵੀ ਬੰਦਾ ਕਿਤੇ ਵੀ ਬੈਠਾ ਹੋਇਆ ਦੇਸ਼ ਵਿਦੇਸ਼ ਦੇ ਵਿੱਚ ਉਹ ਕੋਰਸਿਸ ਸਿੱਖ ਸਕਦਾ। ਤਾਂ ਦੂਸਰੀ ਗੱਲ ਹੈ ਕਿ ਅੱਜ ਕੱਲ੍ਹ ਵਿੱਦਿਆ ਬਹੁਤ ਕਾਸਟਲੀ ਹੈ, ਪਰ ਪੰਜਾਬੀ ਯੂਨੀਵਰਸਿਟੀ ਇਸ ਗੱਲ ਲਈ ਵਧਾਈ ਦੀ ਪਾਤਰ ਹੈ ਕਿ ਅਸੀਂ ਬੜੇ ਨੋਮੀਨਲ ਚਾਰਜਸ ਦੇ ਉੱਤੇ ਸਾਰੀਆਂ ਜਿਹੜੀਆਂ ਇਹ ਕਲਾਸਿਸ ਦੇ ਵਿੱਚ ਵਿੱਦਿਆ ਦੇ ਰਹੇ ਹਾਂ। ਪਰ ਸਾਰੇ ਲੈਸਨਸ ਆਨਲਾਈਨ ਨੇ ਔਰ ਇਹ ਅਸੀਂ 10 ਸਾਲ ਪਹਿਲਾਂ ਕਰ ਚੁੱਕੇ ਹਾਂ। ਇਹ ਹੁਣ ਅੱਜ ਕੱਲ੍ਹ ਆਨਲਾਈਨ ਸਾਰੇ ਹੋਏ ਨੇ, ਪਰ ਅਸੀਂ 10 ਸਾਲ ਪਹਿਲਾਂ ਇਹ ਸਾਰੇ ਸਿਸਟਮ ਨੂੰ ਆਨਲਾਈਨ ਕਰ ਦਿੱਤਾ। ਔਰ ਸਾਰੇ ਸਾਡੇ ਤੇ ਲੋਕ ਇਸ ਗੱਲ ਕਈ ਵਾਰੀ ਇਹ ਵੀ ਕਿੰਤੂ ਕਰਦੇ ਸੀ ਜਾਂ ਸਾਨੂੰ ਪੁੱਛਦੇ ਸੀ ਕਿ ਸੰਗੀਤ ਵਿਸ਼ਾ ਆਨਲਾਈਨ ਕਿਵੇਂ ਸਿਖਾਇਆ ਜਾਂਦਾ ਹੈ। ਹੁਣ ਸਾਰੇ ਲੋਕ ਹੀ ਆਨਲਾਈਨ ਸਿੱਖ ਰਹੇ ਨੇ ਹੈ ਜੀ। ਔਰ ਪਰ ਉਸ ਵੇਲੇ ਜਦੋਂ ਅਸੀਂ ਡਿਵੈਲਪ ਕੀਤਾ ਸੀ ਸਾਨੂੰ ਬਹੁਤ ਮੁਸ਼ਕਿਲ ਆਈ ਇਸ ਵਿੱਚ। ਡਾਕਟਰ ਅੰਮ੍ਰਿਤਪਾਲ ਕੌਰ ਹੋਰਾਂ ਨੇ ਬਹੁਤ ਮਿਹਨਤ ਕੀਤੀ, ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ, ਆਡੀਓ ਵਿਜ਼ੂਅਲ ਲੈਸਨ ਬਣਾਏ, ਸਟੂਡੀਓਜ਼ ਬਣਾਏ ਔਰ ਉਸ ਦੇ ਵਿੱਚ ਫਿਰ ਸਾਰੀ ਵਿੱਦਿਆ ਨੂੰ ਅਸੀਂ ਆਨਲਾਈਨ ਕਰਕੇ ਸਾਰੀ ਦੁਨੀਆ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋਏ। ਮੈਂ ਜ਼ਿਕਰ ਕਰ ਰਿਹਾ ਸੀ ਕਿ ਇਹ ਸਾਰਾ ਕੁਝ ਸਿਲਸਿਲਾ ਤਾਂ ਪਰ ਆਰੰਭ ਹੋਇਆ ਤਾਂ ਕਿ ਵਿਦਿਆਰਥੀ ਪੈਦਾ ਕੀਤੇ ਜਾ ਸਕਣ। ਇਸ ਵਿੱਚ ਸਾਡੇ ਦੇਸ਼ ਵਿਦੇਸ਼ ਦੇ ਵਿੱਚ, ਇੱਥੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਸਾਡੇ ਸੈਂਟਰ ਨੇ, ਉਹ ਕੰਮ ਕਰ ਰਹੇ ਨੇ। LA ਦੇ ਵਿੱਚ ਡਾਕਟਰ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ, ਰਾਜਵਿੰਦਰ ਸਿੰਘ, ਇਹ ਸਾਰੇ ਲੋਕ ਬਹੁਤ ਵਧੀਆ ਕੰਮ ਕਰ ਰਹੇ ਨੇ। ਉਧਰ ਨਿਊਯਾਰਕ ਸਾਈਡ, ਨਿਊ ਜਰਸੀ ਸਾਈਡ ਉੱਤੇ ਡਾਕਟਰ ਮਨਪ੍ਰੀਤ ਸਿੰਘ, ਡਾਕਟਰ ਸਰਦਾਰ ਰਘਵੀਰ ਸਿੰਘ, ਇਹ ਸਾਰੇ ਲੋਕ ਬਹੁਤ ਵਧੀਆ ਕੰਮ ਕਰ ਰਹੇ ਨੇ। ਹਿਊਸਟਨ ਦੇ ਵਿੱਚ ਡਾਕਟਰ ਹਰਚਰਨ ਸਿੰਘ, ਅਮਰੀਕਾ ਸਾਰਾ, ਕੈਨੇਡਾ ਸਾਰਾ ਔਰ ਸਾਰੀ ਦੁਨੀਆ ਦੇ ਵਿੱਚ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਗੁਰਮਤ ਸੰਗੀਤ ਦੀ ਸਿਖਲਾਈ ਵੀ ਦੇ ਰਹੇ ਨੇ, ਰੈਗੂਲਰ ਵੀ ਦੇ ਰਹੇ ਨੇ ਔਰ ਆਨਲਾਈਨ ਵੀ ਉਹ ਵਿਦਿਆਰਥੀ ਦੇ ਰਹੇ ਨੇ। ਔਰ ਸਾਰੇ ਕੀਰਤਨ ਕਰਦੇ ਨੇ। ਮੈਨੂੰ ਸਭ ਤੋਂ ਵੱਡੀ ਗੱਲ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਕੇਵਲ ਅਧਿਆਪਕ ਨਹੀਂ, ਉਹ ਪਹਿਲਾਂ ਆਪਣੇ ਆਪ ਨੂੰ ਗੁਰੂ ਘਰ ਦੇ ਕੀਰਤਨੀਏ ਸਮਝਣ ਦੇ ਵਿੱਚ ਫਖਰ ਮਹਿਸੂਸ ਕਰਦੇ ਨੇ ਔਰ ਉਹ ਕੀਰਤਨ ਕਰਨ ਨੂੰ ਤਰਜੀਹ ਦਿੰਦੇ ਨੇ। ਔਰ ਉਹਨਾਂ ਸਾਰਿਆਂ ਦਾ ਕੀਰਤਨ ਤੁਸੀਂ ਸੁਣ ਸਕਦੇ ਹੋ। ਔਰ ਇਹਨਾਂ ਵਿਦਿਆਰਥੀਆਂ ਨੇ ਦਰਬਾਰ ਸਾਹਿਬ ਤੋਂ ਲੈ ਕੇ ਸਾਰੀ ਦੁਨੀਆ ਦੇ ਵਿੱਚ ਜਿਹੜਾ ਹੈ ਉਹ ਕੀਰਤਨ ਕੀਤਾ ਔਰ ਇੱਕ ਸਾਨੂੰ ਸਨਮਾਨ ਦਿੱਤਾ। ਔਰ ਬਤੌਰ ਅਧਿਆਪਕ ਜਿੱਥੇ ਮੈਨੂੰ ਉਹਨਾਂ ਸਾਰਿਆਂ ਤੋਂ ਖੁਸ਼ੀ ਮਿਲਦੀ ਹੈ, ਸਨਮਾਨ ਮਿਲਦਾ, ਮਾਣ ਮਿਲਦਾ, ਉੱਥੇ ਮੈਂ ਉਹਨਾਂ ਦਾ ਕਿਰਤੱਗ ਵੀ ਹਾਂ ਕਿ ਉਹਨਾਂ ਨੇ
ਆਪਣਾ ਜੀਵਨ ਜਿਹੜਾ ਹੈ ਗੁਰਮਤਿ ਸੰਗੀਤ ਨੂੰ ਸਮਰਪਿਤ ਕੀਤਾ, ਕਿਉਂਕਿ ਬੜੀ ਵੱਡੀ ਗੱਲ ਹੈ ਕਿ ਉਹ ਇੱਕ ਹੋਰ ਸੰਗੀਤ ਦੀ ਦੁਨੀਆ ਨੂੰ ਛੱਡ ਕੇ, ਹੋਰ ਪਾਸੇ ਦੀਆਂ ਵਿਦਿਆਵਾਂ ਨੂੰ ਛੱਡ ਕੇ, ਜਿਹੜੀਆਂ ਸਮਕਾਲੀ ਸਾਡੀਆਂ ਹੋਰ ਸਿੱਖਿਆ ਪ੍ਰਣਾਲੀ ਹੈ ਉਸ ਨੂੰ ਛੱਡ ਕੇ ਗੁਰੂ ਘਰ ਦੀ ਉਹ ਪਰੰਪਰਾ ਦੇ ਨਾਲ ਜੁੜੇ ਨੇ। ਇਸ ਗੱਲ ਲਈ ਉਹ ਸਾਰੇ ਮੇਰੀ ਵਧਾਈ ਦੇ ਪਾਤਰ ਨੇ। ਹੁਣੇ ਹੀ ਅਸੀਂ ਆਪਣੇ ਵਿਦਿਆਰਥੀਆਂ ਨੂੰ ਤਿਆਰ ਕਰਨ ਦੇ ਲਈ ਇੱਥੇ ਅਮਰੀਕਾ ਦੇ ਵਿੱਚ ਇੱਕ ਬੜਾ ਵੱਡਾ ਪ੍ਰੋਗਰਾਮ ਸ਼ੁਰੂ ਕੀਤਾ ਯੂਨੀਕ ਮਿਊਜ਼ਿਕ ਦਾ, ਔਰ ਮੇਰੇ ਬੇਟੇ ਤਾਨੀਸ਼ ਸਿੰਘ ਹੋਰਾਂ ਨੇ ਉਸ ਪ੍ਰੋਗਰਾਮ ਨੂੰ ਐਸਟੈਬਲਿਸ਼ ਕੀਤਾ। ਉਹਦੇ ਵਿੱਚ ਸਾਡਾ ਮਿਸ਼ਨ ਹੈ ਕਿ ਅਸੀਂ 31 ਰਾਗ ਕਿਸ ਤਰ੍ਹਾਂ ਘਰ ਘਰ ਦੇ ਵਿੱਚ ਪਹੁੰਚਾ ਸਕਦੇ ਹਾਂ। ਸੰਗਤ ਚ ਟੀਵੀ ਦੇ ਮਾਧਿਅਮ ਰਾਹੀਂ ਮੈਂ ਤੁਹਾਡੇ ਰਾਹੀਂ ਵਿਦਿਆਰਥੀਆਂ ਦੀ ਗੱਲ ਚੱਲੀ ਸੀ, ਇਸ ਕਰਕੇ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਅਸੀਂ ਸਿੱਖ ਹਾਂ ਔਰ ਸਾਨੂੰ ਹਮੇਸ਼ਾ ਸਿਖਲਾਈ ਪ੍ਰਾਪਤ ਕਰਨੀ ਚਾਹੀਦੀ ਹੈ। ਜਿੱਥੇ ਅਧਿਆਤਮਿਕ ਵਿਦਿਆ ਦੀ, ਅਧਿਆਤਮਿਕ ਗਿਆਨ ਦੀ, ਉੱਥੇ ਨਾਲ ਗੁਰੂ ਘਰ ਦੀ ਸ਼ਬਦ ਕੀਰਤਨ ਪਰੰਪਰਾ ਨੂੰ ਸ਼ਬਦ ਨਾਲ ਜੁੜਨ ਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ, ਅਗਰ ਅਸੀਂ ਉਹਨਾਂ ਦੀ ਝੋਲੀ 31 ਰਾਗ ਪਾ ਦੇਈਏ, ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਜਿਨ੍ਹਾਂ ਦੀ ਤੁਸੀਂ ਪਹਿਲਾਂ ਗੱਲ ਕੀਤੀ ਸੀ, ਤਾਂ ਸਾਡੀ ਬੜੀ ਵੱਡੀ ਪ੍ਰਾਪਤੀ ਹੋਏਗੀ। ਔਰ ਉਹ ਅਸੀਂ ਤਾਂ ਕਰ ਸਕਦੇ ਹਾਂ ਜੇ ਅਸੀਂ ਆਪਣੇ ਬੱਚਿਆਂ ਨੂੰ 31 ਰਾਗ ਸਿਖਾ ਦਈਏ ਜੀ। ਔਰ ਇੱਕ ਬੜੀ ਵੱਡੀ ਜਰਨੀ ਹੋਏਗੀ। ਔਰ ਅਸੀਂ 31 ਮਹੀਨਿਆਂ ਦੇ ਲਈ ਇੱਕ ਪ੍ਰੋਗਰਾਮ ਤਿਆਰ ਕੀਤਾ ਜਿਹਦੇ ਚ ਅਸੀਂ ਇੱਕ ਵਰਕਸ਼ਾਪਸ ਕਰਿਆ ਕਰਾਂਗੇ। ਔਰ ਇਹ ਸਾਰਾ ਕੁਝ ਬੜੇ ਨੋਮੀਨਲ, ਇਹ ਕਿਸੇ ਕਮਰਸ਼ੀਅਲ ਪਰਪਸ ਦੇ ਲਈ ਨਹੀਂ, ਇਹ ਸੰਗਤ ਦੀ ਸੇਵਾ ਦੇ ਲਈ ਹੈ। ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਡਾ ਸਿੱਖ ਭਾਈਚਾਰਾ ਹੈ ਉਹ ਵੀ ਬੜਾ ਸਟਰਗਲ ਕਰ ਰਿਹਾ, ਔਰ ਮਾਇਕ ਤੌਰ ਤੇ ਇਸ ਵੇਲੇ ਸਾਰੇ ਅਸੀਂ ਤੰਗੀ ਦੀ ਹਾਲਤ ਵਿੱਚ ਵੀ ਆ, ਔਰ ਅਸੀਂ ਵੀ ਇਹ ਸੇਵਾ ਲੁੱਟ ਰਹੇ ਹਾਂ ਕਿ ਯੂਨੀਕ ਮਿਊਜ਼ਿਕ ਦੇ ਨਾਮ ਦੇ ਉੱਤੇ 31 ਰਾਗਾਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ, ਖਾਸ ਤੌਰ ਤੇ ਸਾਡੇ ਬੱਚਿਆਂ ਨੂੰ ਅਸੀਂ ਸਿਖਾਉਣਾ ਚਾਹੁੰਦੇ ਹਾਂ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਨੇ ਜਿਹੜੀਆਂ